ਕਾਂਚੀ ਟੀਵੀ ਦੇਖ ਰਹੇ ਸਾਰੀ ਹੀ ਸਾਧ ਸੰਗਤ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਜੈ ਗੁਰਦੇਵ ਜੀ ਆਇਆਂ ਨੂੰ। ਪ੍ਰੋਗਰਾਮ ਸਰਬ ਸਾਂਝੀ ਗੁਰਬਾਣੀ ਵਿੱਚ ਸਾਰੇ ਹੀ ਸਾਧ ਸੰਗਤ ਨੂੰ ਜੈ ਗੁਰਦੇਵ ਕਹਿੰਦੇ ਹੋਏ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਜੀ ਆਇਆਂ ਨੂੰ ਕਹਿੰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਲੈ ਕੇ ਆਏ ਹਾਂ ਜੀ ਆਪ ਜੀ ਦੇ ਚਰਨਾਂ ਵਿੱਚ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਤੇ ਜੀ ਆਇਆਂ ਆਖਦੇ ਹਾਂ ਗਿਆਨੀ ਗੁਰਮੁਖ ਸਿੰਘ ਜੀ ਨੂੰ। ਸਤਿ ਸ੍ਰੀ ਅਕਾਲ, ਜੈ ਗੁਰਦੇਵ ਬਾਬਾ ਜੀ। ਹਾਂਜੀ, ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਅਤੀ ਧੰਨਤਾ ਦੇ ਯੋਗ ਹੋ, ਵਡਿਆਈ ਦੇ ਪਾਤਰ ਹੋ, ਸਾਹਿਬੇ ਕਮਾਲ ਸਤਿਗੁਰੂ ਜੀ ਗੁਰੂ ਗਰੀਬ ਨਿਵਾਜ ਗੁਰੂ ਰਵਿਦਾਸ ਮਹਾਰਾਜ ਜੀ, ਉਹਨਾਂ ਦੀ ਪਾਵਨ ਗੁਰਬਾਣੀ ਸਰਬ ਸਾਂਝੀ ਗੁਰਬਾਣੀ। ਇਹ ਪ੍ਰੋਗਰਾਮ ਜਿਹੜਾ ਹੈ ਕਾਂਚੀ ਟੀਵੀ ਦੇ ਮਾਧਿਅਮ ਦੁਆਰਾ ਬੀਬੀ ਬਲਜਿੰਦਰ ਕੌਰ ਔਰ ਰਲ ਮਿਲ ਕੇ ਸੰਗਤਾਂ ਦੇ ਰੂਬਰੂ ਹੋ ਰਹੇ ਹਾਂ। ਧਾਰਮਿਕ ਪ੍ਰੋਗਰਾਮ ਜੋ ਸੰਕੇਤ ਦਿੰਦਾ ਹੈ, ਅਧਿਆਤਮਕ ਨੂੰ ਦਰਸਾਉਂਦਾ ਹੈ, ਅਤੇ ਜੋ ਵੀ ਜਿਗਾਸੂ ਜਨ ਇਹਨੂੰ ਸੁਣਦਾ ਹੈ, ਸਰਵਣ ਕਰਦਾ ਹੈ, ਉਸੇ ਦਾ ਪਾਰ ਉਤਾਰਾ ਹੁੰਦਾ ਹੈ। ਕਿਉਂਕਿ ਇਹ ਪ੍ਰੋਗਰਾਮ ਜਿਹੜਾ ਹੈ ਹੀ ਸਰਬ ਸਾਂਝੀ ਗੁਰਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇਹ ਸਰਬ ਸਾਂਝੀ ਗੁਰਬਾਣੀ ਹੈ ਜੀ। ਜੀ ਬਹੁਤ ਬਹੁਤ ਧੰਨਵਾਦ ਗਿਆਨੀ ਗੁਰਮੁਖ ਸਿੰਘ ਜੀ ਆਪ ਜੀ ਦਾ। ਬਹੁਤ ਧੰਨਵਾਦ ਕਰਦੇ ਹਾਂ ਸਾਰੀ ਹੀ ਸਾਧ ਸੰਗਤ ਜੀ ਨੂੰ ਜੀ ਆਇਆਂ ਕਹਿੰਦੇ ਹੋਏ। ਜਿਸ ਤਰ੍ਹਾਂ ਕਿ ਹਰ ਪ੍ਰੋਗਰਾਮ ਦੇ ਵਿੱਚ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦੇ ਨਾਲ ਜੁੜਦੇ ਹਾਂ, ਉਸ ਪਰਮਾਤਮਾ ਦੇ ਗੁਣ ਗਾਇਨ ਕੀਤੇ ਜਾਂਦੇ ਹਨ ਇਸ ਪ੍ਰੋਗਰਾਮ ਦੇ ਵਿੱਚ, ਅਤੇ ਆਪ ਜੀ ਇਸ ਪ੍ਰੋਗਰਾਮ ਤੋਂ ਬਹੁਤ ਲਾਹਾ ਉਠਾਉਂਦੇ ਹੋ। ਅਤੇ ਇਸੇ ਤਰ੍ਹਾਂ ਹੀ ਸਾਰੀ ਸਾਧ ਸੰਗਤ ਦੇ ਨਾਲ ਮਿਲ ਕੇ ਅਸੀਂ ਵੀ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹਾਂ। ਗਿਆਨੀ ਗੁਰਮੁਖ ਸਿੰਘ ਜੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਆਪ ਬਹੁਤ ਹੀ ਕਰਮਾਂ ਭਾਗਾਂ ਵਾਲੇ ਹੋ, ਅਤੇ ਅਸੀਂ ਵੀ ਬਹੁਤ ਹੀ ਕਰਮਾਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਕਿ ਗਿਆਨੀ ਗੁਰਮੁਖ ਸਿੰਘ ਜੀ ਮਹਾਂਪੁਰਸ਼ਾਂ ਵਰਗੀ ਸੰਗਤ ਮਿਲੀ ਹੈ ਅਤੇ ਇਹਨਾਂ ਦੇ ਪ੍ਰਵਚਨ ਸੁਣਨ ਨੂੰ ਮਿਲਦੇ ਹਨ। ਗਿਆਨੀ ਗੁਰਮੁਖ ਸਿੰਘ ਜੀ ਹਮੇਸ਼ਾ ਹੀ ਜਦੋਂ ਵੀ ਕਿਸੇ ਵੀ ਸ਼ਬਦ ਦੀ ਵਿਆਖਿਆ ਕਰਦੇ ਹਨ ਤਾਂ ਉਸ ਨੂੰ ਬੜੇ ਹੀ ਪਿਆਰ ਸਤਿਕਾਰ ਨਾਲ ਸਾਰੀ ਹੀ ਸਾਧ ਸੰਗਤ ਦੇ ਵਿੱਚ ਉਹਨਾਂ ਪ੍ਰਵਚਨਾਂ ਨੂੰ ਪਹੁੰਚਾਉਂਦੇ ਹਨ, ਜਿਹੜੇ ਕਿ ਆਸਾਨੀ ਦੇ ਨਾਲ ਸਮਝ ਆਉਂਦੇ ਹਨ। ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦਾ ਗਿਆਨੀ ਗੁਰਮੁਖ ਸਿੰਘ ਜੀ। ਆਪ ਜੀ ਨੂੰ ਜੀ ਆਇਆਂ ਕਹਿੰਦੇ ਹੋਏ ਇਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਸਰਬ ਸਾਂਝੀ ਗੁਰਬਾਣੀ ਸੁਣੀ ਪੁਕਾਰ ਦੁਤਾਰ, ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਬੀਬੀ ਬਲਜਿੰਦਰ ਕੌਰ ਜੀ, ਇਹ ਪਾਵਨ ਸ਼ਬਦ ਜਿਹੜਾ ਹੈ ਉਸ ਵੇਲੇ ਦਾ ਹੈ। ਭਾਈ ਗੁਰਦਾਸ ਮਹਾਰਾਜ ਜੀ, ਭਾਈ ਗੁਰਦਾਸ ਜੀ ਇੱਕ 52 ਕਵੀਆਂ ਦੇ ਵਿੱਚੋਂ ਬੜੇ ਹੀ ਹਰਮਨ ਪਿਆਰੇ ਅਤੇ ਬੜੇ ਸੁਸ਼ੀਲ ਸੁਭਾਅ, ਜਿਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੀ ਕਲਮ ਬੰਦ ਕੀਤਾ। ਉਹਨਾਂ ਨੇ ਇਹ ਪਾਵਨ ਸ਼ਬਦ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰਥਾਏ ਅੰਕਿਤ ਕੀਤਾ ਆਪਣੀਆਂ ਵਾਰਾਂ ਦੇ ਵਿੱਚ, ਕਿ ਇਹ ਕਦੋਂ ਇਹ ਸ਼ਬਦ ਦੀ ਲੋੜ ਪਈ। ਕਿਉਂਕਿ ਇਹ ਜਿਤਨੇ ਵੀ ਪਵਿੱਤਰ ਆਤਮਾਵਾਂ ਸੰਸਾਰ ਵਿੱਚ ਆਈਆਂ ਨੇ, ਇਹ ਸਾਰੀਆਂ ਦੇ ਲਈ ਇਹ ਸ਼ਬਦ ਜਿਹੜਾ ਬੜਾ ਪ੍ਰਮੁੱਖ ਹੈ। ਕਿਉਂਕਿ ਜਦੋਂ ਧਰਤੀ ਡੋਲਣ ਲੱਗ ਪਈ, ਇਤਨਾ ਕੁ ਪਾਪ ਵੱਧ ਗਿਆ ਨਾ ਜੀ, ਉਸ ਵੇਲੇ ਫਿਰ ਧਰਤੀ ਨੇ ਫਰਿਆਦ ਕੀਤੀ। ਉਹ ਸ਼ਬਦ ਹੈ ਜੀ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਜ ਸੁਭਾਏ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਜੀ। ਕਿਉਂਕਿ ਧਰਤੀ ਨੇ ਇੱਕ ਐਸਾ ਰੂਪ ਧਾਰਨ ਕੀਤਾ, ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਗਏ, ਕਹਿਣ ਲੱਗੀ ਮਹਾਰਾਜ ਕੋਈ ਐਸਾ ਕੋਈ ਬਲੀ ਭੇਜੋ, ਐਸਾ ਕੋਈ ਤਪਸਵੀ ਭੇਜੋ, ਐਸਾ ਕੋਈ ਮਹਾਂਪੁਰਖ ਭੇਜੋ ਕਿ ਮੈਂ ਡੋਲ ਰਹੀ ਹਾਂ। ਇਤਨਾ ਕੁ ਪਾਪ ਵੱਧ ਗਿਆ। ਪਰਮੇਸ਼ਰ ਵਾਹਿਗੁਰੂ ਨੇ ਧੀਰਜ ਦਿੱਤੀ ਕਿ ਤੂੰ ਜਾ, ਮੈਂ ਕੋਈ ਐਸਾ ਔਲੀਆ, ਐਸਾ ਕੋਈ ਫਕੀਰ, ਐਸਾ ਕੋਈ ਆਪਣਾ ਸਵਰੂਪ ਬਣਾ ਕੇ ਸੰਸਾਰ 'ਤੇ ਭੇਜੂੰਗਾ।
जी। क्योंकि जितने भी महापुरख आए ने ना जी, वो प्रभु परमात्मा का रूप बन के आए ने जी। परमात्मा ने उन्होंने अपना स्वरूप दे के संसार विच भेजिया। कलमल होई मेदनी अरदास करे लिव लाए, सच्चे सुनिया कन दे धीरक देवे सहज सुभाए। धीरज दिती परमेश्वर ने अपनी, जिवें बच्ची नूं धीरज देईदी ना कि जा पुत्र तू जा, मैं कोई ऐसा तपस्वी अपना रूप धारण करके भेजूंगा ते वो तेरी फरियाद सुनेगा। तो भाई गुरदास जी ने ये पावन शब्द कल तारण गुरु नानक आया, सुनी पुकार दातार प्रभ, गुरु नानक जग माही पठाया। दूसरा बचन धन गुरु नानक देव महाराज जी फिर प्रभु परमात्मा का स्वरूप धारण करके 1526 बिक्रमी अनराधा नक्षत्र अद्धी रात बीतिया उत्ते एक घड़ी धन गुरु नानक देव महाराज जी का प्रकाश होया। माता तृप्ता जी ते मेहता कालू जी के घर दे विच राय भोई दी तलवंडी जो पाकिस्तान विच है जी, उस वेले परमेश्वर दी भेजे हुए धन गुरु नानक देव महाराज जी। वेखो इत्थे अथ कथनी भी है। गुरु रविदास महाराज जी भी इसे तरह आए, बाबा कबीर जी भी इसे तरह आए, धन गुरु अर्जन देव महाराज जी भी इसे तरह आए। ज्यों ज्यों धरती नूं लोड़ पैंदी गई इन्हां पीरां दी, पैगंबरां दी, औलीए दी, भाव रब दे स्वरूप ये सुन लई दुनिया की हाहाकार, दुनिया के दुख सुनने वास्ते प्रभु परमात्मा अपना स्वरूप भेजदा रहा। सुनी पुकार दातार प्रभ, गुरु नानक जग माही पठाया। तो दुनिया ते प्रकाश हो गया। दुनिया जिहड़ी भुली भटकी सी उसे नूं एक सीधा रस्ता दिखाने वास्ते जी, परमेश्वर दे नाल जोड़न वास्ते, क्योंकि सेवा को धोए भले एक संत एक राम, राम जो दाता मुक्त को संत जपावे नाम। जी जी जी, बहुत बहुत धन्यवाद ਗਿਆਨੀ ਗੁਰਮੁਖ ਸਿੰਘ जी। हर युग ਦੇ ਵਿੱਚ जिस तरह के ਦੱਸਿਆ ਹੀ ਹੈ ਤੁਸੀਂ, हर युग ਦੇ ਵਿੱਚ ਆਪ ਜੀ ਨੂੰ ਪਤਾ ਹੀ ਹੈ समय समय ਦੇ ਨਾਲ ਜਿਹੜੇ ਅਵਤਾਰੀ ਪੁਰਸ਼ ਹੋਏ ਹਨ ਜੀ, ਬਿਲਕੁਲ ਸਮੇਂ ਸਮੇਂ ਦੇ ਨਾਲ ਗੁਰੂ ਪ੍ਰਗਟ ਹੋਏ ਹਨ, ਸਤਿਗੁਰਾਂ ਦਾ ਆਗਮਨ ਹੋਇਆ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਜੀ ਤੇ ਇਸੇ ਤਰ੍ਹਾਂ ਸੰਤ ਜਨ ਆਏ ਹਨ ਜੀ ਜੀ ਇਸ ਧਰਤੀ ਦੇ ਉੱਤੇ ਪ੍ਰਗਟ ਹੋ ਕੇ ਉਹਨਾਂ ਨੇ ਇਸ ਸੰਸਾਰ ਦੇ ਵਿੱਚੋਂ ਜੋ ਕਿ ਜ਼ੁਲਮ ਹੁੰਦੇ ਹਨ ਮਨੁੱਖਤਾ ਤੇ, ਕਦੇ ਕਦੇ ਕੋਈ ਅਜਿਹੀਆਂ ਰੂਹਾਂ ਵੀ ਆ ਜਾਂਦੀਆਂ ਹਨ ਜੋ ਕਿ ਮਨੁੱਖਤਾ ਤੇ ਜ਼ੁਲਮ ਕਰਦੀਆਂ ਹਨ ਤੇ ਉਹਨਾਂ ਨੂੰ ਬਚਾਉਣ ਦੇ ਲਈ, ਉਹਨਾਂ ਮਨੁੱਖਤਾ ਨੂੰ ਬਚਾਉਣ ਦੇ ਲਈ ਜਿਹੜੇ ਕਿ ਸੱਚੇ ਲੋਕ ਹਨ ਜੋ ਕਿ ਪਰਮਾਤਮਾ ਦੀ ਉਸਤਤ ਦੇ ਨਾਲ ਜੁੜੇ ਹੋਏ ਹਨ ਅਤੇ ਆਪਣੀ ਜੋ ਜ਼ਿੰਦਗੀ ਹੈ ਪਰਮਾਤਮਾ ਦੇ ਰਾਹ 'ਤੇ ਚੱਲਦੇ ਹੋਏ ਬਿਤਾਉਂਦੇ ਹਨ। ਪਰ ਕੁਝ ਰੂਹਾਂ ਅਜਿਹੀਆਂ ਹੁੰਦੀਆਂ ਹਨ ਜੋ ਕਿ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੂੰ ਸ਼ਾਇਦ ਉਹ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੀ ਜੋ ਹੁੰਦਾ ਹੈ, ਸਭ ਕੁਝ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੀ ਹੁੰਦਾ ਹੈ, ਪਰ ਫਿਰ ਵੀ ਕਦੇ ਕਦੇ ਭੁੱਲੇ ਭਟਕੇ ਲੋਕ ਜੋ ਹੁੰਦੇ ਹਨ ਉਹਨਾਂ ਨੂੰ ਰਾਹ ਦਿਖਾਉਣ ਦੇ ਲਈ ਇਸ ਧਰਤੀ ਦੇ ਉੱਤੇ ਸਮੇਂ ਸਮੇਂ ਦੇ ਨਾਲ ਅਵਤਾਰੀ ਪੁਰਸ਼ ਹੋਏ ਹਨ। ਪਰਮਾਤਮਾ ਦਾ ਰੂਪ ਆਪ ਜੀ ਨੇ, ਪਰਮਾਤਮਾ ਨੇ ਆਪਣਾ ਹੀ ਰੂਪ ਇਸ ਧਰਤੀ 'ਤੇ ਭੇਜਿਆ ਹੈ। ਗੁਰੂ ਨਾਨਕ ਦੇਵ ਜੀ ਹੋਏ ਹਨ, ਸਾਡੇ 10 ਗੁਰੂ ਹੋਏ ਹਨ, ਗੁਰੂ ਰਵਿਦਾਸ ਜੀ, ਕਬੀਰ ਮਹਾਰਾਜ ਜੀ, ਸੈਨ ਜੀ ਤੇ ਆਪਾਂ ਜਿੰਨੇ ਵੀ ਸਾਡੇ ਗੁਰੂ ਹਨ, ਪੀਰ ਪੈਗੰਬਰ ਹਨ, ਅਵਤਾਰ ਔਲੀਆ ਇਸ ਧਰਤੀ 'ਤੇ ਜਿਨ੍ਹਾਂ ਨੇ ਜਨਮ ਲਿਆ ਹੈ ਉਹ ਮਨੁੱਖਤਾ ਨੂੰ ਬਚਾਉਣ ਦੇ ਲਈ ਹੀ ਲਿਆ ਹੈ। ਉਹ ਜ਼ਿੰਦਗੀ ਨੂੰ ਸਹੀ ਤਰ੍ਹਾਂ ਚਲਾਉਣ ਦੇ ਲਈ, ਸਹੀ ਗਿਆਨ ਦੇਣ ਦੇ ਲਈ ਕਿ ਤੁਸੀਂ ਕਿਸ ਤਰ੍ਹਾਂ ਬਾਣੀ ਨੂੰ ਫੋਲੋ ਕਰਕੇ, ਕਿਸ ਤਰ੍ਹਾਂ ਬਾਣੀ ਨੂੰ ਮੰਨ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹੋ। ਉਹ ਸਾਨੂੰ ਪਰਮਾਤਮਾ ਦੇ ਭੇਜੇ ਹੋਏ ਇਹਨਾਂ ਔਲੀਆ, ਪੀਰ ਪੈਗੰਬਰਾਂ, ਅਵਤਾਰਾਂ ਨੇ ਸਾਨੂੰ ਰਾਹ ਦਿਖਾਏ ਹਨ। ਧੰਨਵਾਦ ਹੈ ਆਪ ਜੀ ਦਾ ਜੀ। ਤੇ ਗਿਆਨੀ ਗੁਰਮੁਖ ਸਿੰਘ ਜੀ, ਆਪ ਜੀ ਨੇ ਜਿਸ ਤਰ੍ਹਾਂ ਕਿ ਹੁਣੇ ਹੀ ਸਾਨੂੰ ਇਸ ਸ਼ਬਦ ਦੇ ਨਾਲ ਜੋੜਿਆ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੀ ਪਠਾਇਆ। ਬਿਲਕੁਲ ਜੀ। ਦੇਖੋ ਤੁਸੀਂ, ਇਹ ਤੁਹਾਡਾ ਬੜਾ ਸੁੰਦਰ ਖਿਆਲ, ਇੱਕ ਤੁਸੀਂ ਲਫ਼ਜ਼ ਵਿੱਚ ਵਰਤਿਆ ਕਿ ਹਰ ਯੁੱਗ ਯੁੱਗ, ਜਦੋਂ ਵੀ ਲੋੜ ਪੈ ਗਈ ਇਸ ਧਰਤੀ ਨੂੰ ਜੀ, ਇਸ ਧਰਤੀ ਤੇ ਰਹਿੰਦੇ ਜਿਹੜੇ ਜੀਵ, ਕਾਇਨਾਤ ਜਿਹੜੀ ਹੈ ਜੀ, ਦੇਖੋ ਕਾਇਨਾਤ ਰੱਬ ਦੀ ਬਣਾਈ ਹੋਈ ਹੈ ਜੀ,
मैं अगे भी बचन करिया कि अब्बल अल्लाह नूर उपाया, कुदरत के सब बंदे, एक नूर ते सब जग उपजिया, कौन भले को मंदे। ਅਸੀਂ ਅੱਜ ਜਾਤਾਂ ਬਰਾਦਰੀਆਂ ਮਜ਼ਹਬਾਂ ਕੌਮਾਂ ਦੇ ਵਿੱਚ ਤੁਰੇ ਫਿਰਦੇ ਹਾਂ ਜੀ, ਪਰ ਪਰਮੇਸ਼ਰ ਵਾਹਿਗੁਰੂ ਇੱਕ ਮਾਂ ਵਰਗਾ ਰਿਸ਼ਤਾ ਹੈ ਉਹਦਾ ਜੀ। ਜਿਵੇਂ ਮਾਂ ਦੇ 6 ਪੁੱਤਰ ਨੇ, 6 ਪੁੱਤਰਾਂ ਲਈ ਉਹਦਾ ਮਨ, ਉਹਦੀਆਂ ਦੇਣ ਦੀਆਂ ਜਿਤਨੀਆਂ ਵੀ ਦਾਤਾਂ ਨੇ ਉਹ ਸਾਰੇ ਨੇ ਇੱਕੋ ਜਿਹੀਆਂ ਨੇ ਜੀ। ਉਹ ਹਰ ਇੱਕ ਦੇ ਮੁਖੜੇ ਨੂੰ ਚੁੰਮਦੀ ਹੈ। ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਉਹਨੇ ਜਾਤਾਂ ਨਹੀਂ ਬਣਾਈਆਂ ਜੀ, ਉਹਨੇ ਮਜ਼ਹਬ ਨਹੀਂ ਬਣਾਏ। ਜੇ ਜਾਤਾਂ ਬਣਾਈਆਂ ਤੇ ਅਸੀਂ ਬਣਾ ਲਈਆਂ ਨੇ ਜੀ, ਪ੍ਰਭੂ ਪਰਮਾਤਮਾ ਨੇ ਨਹੀਂ। ਹੁਣ ਇੱਥੇ ਵਿਚਾਰ ਜਿਹੜੀ ਹੈ ਕਿ ਹਰ ਯੁਗ ਯੁਗ ਭਗਤ ਉਪਾਇਆ, ਇਹ ਹੁੰਦਾ ਆਇਆ ਜੀ, ਪਿੱਛੇ ਤੋਂ ਹੁੰਦਾ ਆਇਆ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਤੁਸੀਂ ਇੱਕ ਬਚਨ ਕੀਤਾ ਕਿ ਯੁਗ ਯੁਗ ਭਗਤਾਂ ਦੀ ਪੈਜ ਰੱਖਦਾ ਆਇਆ। ਭਗਤ ਕੌਣ ਹੈ? ਜਿਹੜੇ ਰੱਬ ਨਾਲ ਜੁੜ ਗਏ ਨੇ। ਭਗਤ ਕੌਣ ਨੇ? ਜਿਹੜੇ ਸੱਚੀ ਤੇ ਸੁੱਚੀ ਕਿਰਤ ਨਾਲ ਜੁੜੇ ਨੇ ਜੀ, ਚੁਗਲੀ ਨਿੰਦਿਆ ਤੋਂ ਰਹਿਤ ਨੇ, ਇੱਕ ਭਗਤੀ ਕਰਦੇ ਨੇ ਤੇ ਦਸਾਂ ਨੌਂ ਦੀ ਕਿਰਤ ਕਰਦੇ ਨੇ, ਉਸੇ ਦਾ ਨਾਮ ਹੈ ਭਗਤ ਜੀ। ਹੁਣ ਸਤਿਗੁਰੂ ਮਹਾਰਾਜ ਜੀ ਆਂਦੇ ਨੇ, ਹਰ ਯੁਗ ਯੁਗ ਭਗਤੇ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਵੈਸਾ ਹਰ ਸੇਵਿਆ, ਅੰਤ ਲੈ ਛਡਾਇਆ। ਤੁਹਾਡਾ ਵਚਨ ਸੀ ਕਿ ਯੁਗ ਯੁਗ ਵਾਹਿਗੁਰੂ ਪੈਜ ਰੱਖਦਾ ਆਇਆ ਜੀ, ਪਰ ਪੈਜ ਰੱਖੀ ਕਿਹਨਾਂ ਦੀ ਹੈ? ਜਿਹੜੇ ਸੱਚੇ ਤੇ ਸੁੱਚੇ ਨੇ। ਇਹ ਵੀ ਗੱਲ ਨਾਲ ਹੈ ਜੀ। ਭਗਤ ਹੈ ਹੀ ਉਹ ਜਿਹੜਾ ਸੱਚ ਨਾਲ ਜੁੜਿਆ ਹੈ, ਜਿਹੜਾ ਪਰਮੇਸ਼ਰ ਨਾਲ ਜੁੜਿਆ ਹੈ ਜੀ। ਭਗਤੀ ਕਰਨ ਵਾਲਾ ਹੈ, ਉਹ ਹੈ ਭਗਤ। ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਭਗਤੀ ਯੁੱਗ ਵਿੱਚੋਂ ਪੈਦਾ ਹੋਏ ਸਨ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਭਗਤ ਵੀ ਕਿਹਾ ਹੈ ਜੀ। ਇੱਥੇ ਕੋਈ ਸ਼ੰਕਾ ਵਾਲੀ ਗੱਲ ਨਹੀਂ ਹੈ। ਭਗਤੀ ਜਿਹੜਾ ਹੈ, ਭਗਤੀ ਕਰਨ ਵਾਲਾ ਹੀ ਭਗਤ ਹੈ। ਉਸ ਵੇਲੇ ਇਹ ਬੜਾ ਸਰਮੋਰ ਲਫ਼ਜ਼ ਸੀ ਗੁਰੂ ਅਰਜਨ ਦੇਵ ਜੀ ਵੇਲੇ ਕਿ ਜਿਹੜਾ ਭਗਤੀ ਕਰਦਾ ਹੋਵੇ ਉਹਦਾ ਨਾਮ ਹੀ ਭਗਤ ਹੈ। ਮੇਰੀ ਬਾਂਦੀ ਭਗਤ ਛਡਾਵੇ, ਬਾਂਦੇ ਭਗਤ ਨਾ ਛੂਟੇ ਮੋਹੇ। ਪਰਮੇਸ਼ਰ ਦੇ ਕਾਨੂੰਨ ਨੂੰ ਭਗਤ ਤੋੜ ਦੇਗਾ ਜੀ, ਲੇਕਿਨ ਜੇ ਕਿਤੇ ਭਗਤ ਨੇ ਉਹ ਕਾਨੂੰਨ ਬਣਾ ਦਿੱਤਾ ਤੇ ਵਾਹਿਗੁਰੂ ਕਹਿੰਦਾ ਮੈਂ ਨਹੀਂ ਤੋੜ ਸਕਦਾ। ਮੇਰਾ ਬਚਨ ਸੀ ਤੁਹਾਡੇ ਨਾਲ ਕਿ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਜਿਹੜਾ ਸੀ ਉਹ ਜ਼ੁਲਮੀ ਸੀ ਉਸ ਵੇਲੇ ਜੀ। ਸਤਿਗੁਰੂ ਪ੍ਰਹਿਲਾਦ ਜੀ, ਸਤਿਗੁਰੂ ਨਾਮਦੇਵ ਮਹਾਰਾਜ ਜੀ, ਇਹ ਉਹਦੀ ਭਗਤੀ ਕਰਨ ਵਾਲੇ ਸਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਭਗਤੀ ਕਰਨ ਵਾਲੇ ਸਨ। ਹਰਨਾਕਸ਼ ਦੁਸ਼ਟ ਹਰ ਮਾਰਿਆ, ਕਿਉਂਕਿ ਦੋ ਚੀਜ਼ਾਂ ਚਲੀਆਂ ਆਈਆਂ ਨੇ, ਇੱਕ ਸੱਚ ਹੈ ਤੇ ਇੱਕ ਝੂਠ ਹੈ ਜੀ। ਇੱਕ ਇਸਤਰੀ ਹੈ, ਇੱਕ ਪੁਰਸ਼ ਹੈ, ਹਰ ਚੀਜ਼ ਦਾ ਜੋੜਾ ਹੈ। ਜਿੱਥੇ ਪਾਪ ਹੈ ਉੱਥੇ ਪੁੰਨ ਵੀ ਨਾਲ ਹੈ। ਤੋ ਸਾਹਿਬ ਜੀ ਆਂਦੇ ਨੇ ਹਰਨਾਕਸ਼ ਦੁਸ਼ਟ, ਇੱਕ ਪਾਸੇ ਪ੍ਰਹਿਲਾਦ ਭਗਤੀ ਕਰਨ ਵਾਲਾ ਹੈ, ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਹੈ। ਇੱਕ ਪਾਸੇ ਜਿਹੜਾ ਹਰਨਾਕਸ਼ ਹੈ ਉਸੇ ਨੂੰ ਤੱਤਿਆਂ ਥੰਮਿਆਂ ਦੇ ਨਾਲ ਬੰਨ ਕੇ ਮਾਰਦਾ ਹੈ, ਪੀੜ ਕੇ ਮਾਰਦਾ ਹੈ, ਪਹਾੜਾਂ ਤੋਂ ਸੁੱਟਦਾ ਹੈ, ਪਾਣੀ ਵਿੱਚ ਡੁਬੋਂਦਾ ਹੈ। ਉਹ ਕਹਿੰਦਾ ਜੋ ਕੁਛ ਹੈ ਉਹ ਮੈਂ ਹੀ ਹਾਂ, ਪ੍ਰਭੂ ਕੋਈ ਨਹੀਂ ਹੈ, ਰਾਮ ਕੋਈ ਨਹੀਂ ਹੈ ਜੀ। ਤੇ ਹਰਨਾਕਸ਼ ਇਸੇ ਤਰ੍ਹਾਂ ਕਹੀ ਜਾਂਦਾ ਹੈ, ਲੇਕਿਨ ਜਿਹੜਾ ਪ੍ਰਹਿਲਾਦ ਹੈ ਉਹ ਕਹਿੰਦਾ ਨਹੀਂ, ਜਲੇ ਰਾਮ ਥਲੇ ਰਾਮ, ਜਿੱਧਰ ਵੀ ਦੇਖਾਂ ਉਧਰ ਰਾਮ ਹੈ, ਹਰਨਾਕਸ਼ ਤੂੰ ਨਹੀਂ ਹੈ। ਹਰਨਾਕਸ਼ ਨੂੰ ਇਸ ਕਰਕੇ ਪਰਮੇਸ਼ਰ ਨੇ ਆਪ ਆ ਕੇ ਉਸੇ ਦਾ ਅੰਤ ਕੀਤਾ ਜੀ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮਦੇਵ ਮੁਖ ਲਾਇਆ। ਹੁਣ ਨਾਮਦੇਵ ਦੀ ਵੀ ਗੱਲ ਆ ਗਈ ਜੀ। ਹਾਂਜੀ, ਨਾਮਦੇਵ ਬ੍ਰਾਹਮਣਾਂ ਦੇ ਮੰਦਿਰ ਦੇ ਵਿੱਚ ਚਲੇ ਗਏ ਨੇ। ਉਹਨਾਂ ਢੋਲਕੀਆਂ ਦੀਆਂ ਆਵਾਜ਼ਾਂ, ਛੈਣਿਆਂ ਦੀਆਂ ਆਵਾਜ਼ਾਂ, ਰਾਮ ਰਾਮ ਦੀਆਂ ਆਵਾਜ਼ਾਂ ਜਦੋਂ ਸੁਣੀਆਂ ਤੇ ਉਹਦੇ ਵੀ ਮਨ ਵਿੱਚ ਆ ਗਿਆ ਕਿ ਮੈਂ ਵੀ ਦਰਸ਼ਨ ਕਰਾਂ, ਰਾਮ ਕਿਤੇ ਅੰਦਰ ਨਾ ਹੋਵੇ ਜੀ। ਪਰ ਉਹ ਜਿਹੜਾ ਰਾਮ ਰਾਮ ਕਰਦੇ ਸਨ ਉਹ ਪਖੰਡਤਾ ਕਰਦੇ ਸਨ। ਇਹ ਵੀ ਦੋ ਗੱਲਾਂ ਨੇ ਜੀ।
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਜਗ੍ਹਾ ਨਹੀਂ ਮਾਰਨੇ ਛੱਡੇ, ਹਰ ਇੱਕ ਆਨਸਰ ਦੇ ਦਿੱਤੇ ਨੇ ਕਿ ਜਿਵੇਂ ਮਰਜ਼ੀ ਤੁਸੀਂ ਝੂਠਾ ਰੋਣ ਰੋਈ ਜੋ ਪਰਮੇਸ਼ਰ ਨਹੀਂ ਸੁਣੇਗਾ। ਉਹ ਸੱਚ ਦੀ ਆਵਾਜ਼ ਸੁਣਨ ਵਾਲਾ ਹੈ। ਤੇ ਭਗਤ ਨਾਮਦੇਵ ਜੀ, ਸਤਿਗੁਰੂ ਨਾਮਦੇਵ ਮਹਾਰਾਜ ਜੀ, ਲੈ ਕਮਲੀ ਚੱਲਿਓ ਪਲਟਾਏ, ਦਿਉਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਹੁਰਾ ਫਿਰੈ। ਤੇ ਉੱਥੇ ਦੇ ਚੌਧਰੀ ਆਏ ਨੇ ਬੀਬੀ ਬਲਜਿੰਦਰ ਜੀ, ਕਹਿੰਦੇ ਤੂੰ ਤੇ ਸ਼ੁੱਧਰ ਹੈ, ਤੂੰ ਮੰਦਰ ਵਿੱਚ ਨਹੀਂ ਆ ਸਕਦਾ। ਇਹ ਉਸ ਵੇਲੇ ਦੇ ਹਾਲਾਤ ਨੇ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੀ ਪਠਾਇਆ। ਇਹ ਹਾਲਾਤ ਕਹਿ ਰਹੇ ਨੇ ਜੀ, ਇਹ ਸ਼ਬਦ ਕਹਿ ਰਿਹਾ। ਤੇ ਸਤਿਗੁਰੂ ਨਾਮਦੇਵ ਜੀ ਨੂੰ ਠੁੱਡਾ ਮਾਰ ਕੇ ਪਰਾਂ ਠਾਂਦੇ ਨੇ ਜੀ। ਕਹਿਣ ਲੱਗੇ ਮੈਂ ਤੇ ਕਹਿੰਦੇ ਪਿਆਰ ਵਿੱਚ ਆਇਆ, ਮੈਂ ਰਾਮ ਨੂੰ ਵੇਖਣ ਆਇਆ, ਅੱਲਾ ਨੂੰ ਵੇਖਣ ਆਇਆ, ਵਾਹਿਗੁਰੂ ਨੂੰ ਵੇਖਣ ਆਇਆ, ਮੇਰਾ ਵੀ ਮਨ ਕੀਤਾ ਦਰਸ਼ਨ ਕਰ ਲਾਂ। ਹਾਂਜੀ। ਆਂਦੇ ਤੂੰ ਦਰਸ਼ਨ ਨਹੀਂ ਕਰ ਸਕਦਾ, ਤੂੰ ਇੱਥੇ ਬੈਠ ਨਹੀਂ ਸਕਦਾ। ਆਂਦਾ ਮੈਂ ਤੇ ਸਨਮੁਖ ਹੋ ਕੇ ਬੈਠਿਆ, ਕਿਤੇ ਪ੍ਰਭੂ ਜੀ ਮੈਨੂੰ ਵੀ ਦਰਸ਼ਨ ਦੇ ਦੇਣ। ਕਹਿੰਦਾ ਜਿੱਧਰ ਤੁਹਾਡਾ ਪ੍ਰਭੂ ਨੇ ਇਸ ਤਰ੍ਹਾਂ ਕਰੋ, ਮੈਨੂੰ ਉਧਰ ਬਿਠਾ ਦਿਓ। ਹਾਂਜੀ। ਤੇ ਨਾਮਦੇਵ ਜੀ ਦੀਆਂ ਬਾਹਾਂ ਤੋਂ ਪਕੜਿਆ, ਉੱਥੇ ਦੇ ਚੌਧਰੀਆਂ ਨੇ ਪਿੱਛੇ ਜਾ ਕੇ ਦਿਉਰੇ ਦੇ ਬਿਠਾ ਦਿੱਤਾ। ਹਾਂਜੀ। ਹੁਣ ਭਗਤ ਨਾਮਦੇਵ ਜੀ ਉੱਥੇ ਸਿਮਰਨ ਕਰਨਾ ਸ਼ੁਰੂ ਕਰਦੇ ਨੇ। ਕਹਿੰਦੇ ਨੇ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਹੁਰਾ ਫਿਰੈ। ਤੇ ਬੜਾ ਰੋਜ਼ ਕਰਦੇ ਨੇ, ਬੜਾ ਬੈਰਾਗ ਕਰਦੇ ਨੇ, ਹੇ ਵਾਹਿਗੁਰੂ ਜੇਕਰ ਤੂੰ ਮੈਨੂੰ ਆਪਣਾ ਪਿਆਰ ਦੇਣਾ ਸੀ, ਇਹਨਾਂ ਬ੍ਰਾਹਮਣਾਂ ਦੇ ਘਰ ਮੇਰਾ ਜਨਮ ਵੀ ਦੇ ਦਿੰਦਾ ਜੀ। ਮੈਂ ਤੇ ਤੇਰੇ ਪਿਆਰ ਵਿੱਚ ਆਇਆ ਸਾਂ, ਬੱਝ ਕੇ ਆਇਆ ਸਾਂ, ਮੈਂ ਤੇ ਤੇਰੇ ਦੀਦਾਰਾਂ ਨੂੰ ਆਇਆ ਸਾਂ। ਪਰ ਹੋਇਆ ਕਿ ਇੱਥੇ ਦੇ ਚੌਧਰੀਆਂ ਨੇ ਮੈਨੂੰ ਤੇਰੇ ਜਿਹੜੇ ਦਰਸ਼ਨ ਨਹੀਂ ਕਰਨ ਦਿੱਤੇ, ਪਿੱਛੇ ਬਿਠਾ ਦਿੱਤਾ। ਹਾਂਜੀ। ਤੇ ਫਿਰ ਹੋਇਆ ਕਿ ਪ੍ਰਭੂ ਪਰਮਾਤਮਾ ਨੇ ਜਿਹੜਾ ਦਿਵਰਾ ਸੀ ਨਾ ਜੀ, ਉਹ ਅੱਜ ਵੀ ਤੁਸੀਂ ਦੇਖ ਸਕਦੇ ਹੋ। ਦਿਵਰੇ ਦਾ ਮੂੰਹ ਜਿਹੜਾ ਸੀ ਸਤਿਗੁਰੂ ਨਾਮਦੇਵ ਜੀ ਵੱਲ ਨੂੰ ਹੋ ਗਿਆ ਸੀ। ਹਾਂਜੀ। ਲੈ ਕਮਲੀ ਚਲਿਓ ਪਲਟਾਏ, ਦਿਵਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਹੁਰਾ ਫਿਰੈ। ਉਹ ਦਿਵਰੇ ਦਾ ਜਿਹੜਾ ਮੁਖੜਾ ਸੀ, ਉਹ ਜਿਹੜੀ ਡੋਰ ਦਾ ਬੂਹਾ ਸੀ ਨਾ ਜੀ, ਉਧਰ ਨੂੰ ਹੋ ਗਿਆ ਸਤਿਗੁਰੂ ਨਾਮਦੇਵ ਜੀ ਵੱਲ ਨੂੰ। ਇਹ ਹੈ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਇਹ ਸੀ ਤੁਹਾਡੇ ਯੁੱਗ ਦੀ ਗੱਲ ਕੀਤੀ। ਉਸ ਵੇਲੇ ਵੀ ਪ੍ਰਭੂ ਪਰਮਾਤਮਾ ਜੀ ਆਪ ਖੁਦਾ ਦਾ ਰੂਪ ਧਾਰਨ ਕਰਕੇ ਸਤਿਗੁਰੂ ਨਾਮਦੇਵ ਜੀ ਵਿੱਚ ਵੀ ਆਏ ਸਨ। ਤੇ ਉੱਥੇ ਉਹਨਾਂ ਨੇ ਇਹ ਕ੍ਰਿਸ਼ਮਾ ਜਿਹੜਾ ਸੀ ਪ੍ਰਭੂ ਪਰਮਾਤਮਾ ਦਾ, ਉਹ ਦਿਹੁਰੇ ਦਾ ਮੂੰਹ ਘੁਮਾ ਦਿੱਤਾ ਸੀ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਗਿਆਨੀ ਗੁਰਮੁਖ ਸਿੰਘ ਜੀ। ਸਾਖੀ ਸੁਣਾਈ ਬਾਬਾ ਨਾਮਦੇਵ ਜੀ। ਇਹ ਬਹੁਤ ਵਾਰੀ ਸਾਖੀ ਸੁਣੀ ਹੈ। ਜਦੋਂ ਜਦੋਂ ਵੀ ਅਸੀਂ ਇਸ ਸਾਖੀ ਨੂੰ ਸੁਣਦੇ ਹਾਂ ਜੀ, ਭਗਤ ਨਾਮਦੇਵ ਜੀ ਨੇ ਮੰਦਰ ਦਾ ਮੂੰਹ ਉਸ ਵੇਲੇ ਕਹਿੰਦੇ ਘੁੰਮ ਗਿਆ ਸੀ ਜੀ। ਬਿਲਕੁਲ ਮੂੰਹ ਘੁੰਮ ਗਿਆ ਸੀ। ਜਿੱਥੇ ਬਾਬਾ ਨਾਮਦੇਵ ਜੀ ਮਹਾਂਪੁਰਸ਼ ਸਨ, ਜਿੱਧਰ ਨੂੰ ਬੈਠੇ ਸਨ, ਉੱਧਰ ਨੂੰ ਮੰਦਰ ਦਾ ਮੂੰਹ ਹੋ ਗਿਆ ਸੀ। ਕਹਿੰਦੇ ਹਨ ਕਿ ਬਿਲਕੁਲ, ਤੇ ਕਹਿੰਦੇ ਹਨ ਕਿ ਅਸੀਂ ਦੇਖ ਵੀ ਸਕਦੇ ਹਾਂ, ਤੁਸੀਂ ਜਿਸ ਤਰ੍ਹਾਂ ਦੱਸਿਆ ਹੀ ਹੈ ਜੀ। ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਬਹੁਤ ਸਾਖੀਆਂ ਹਨ ਜਿਨ੍ਹਾਂ ਦੇ ਵਿੱਚ ਇਹ ਸਾਨੂੰ ਪ੍ਰੂਫ ਮਿਲਦਾ ਹੈ ਕਿ ਜਦੋਂ ਜਦੋਂ ਵੀ ਸਾਡੇ ਅਵਤਾਰੀ ਪੁਰਸ਼ ਆਏ ਹਨ, ਤੇ ਉਦੋਂ ਦੀ ਜਿਹੜੇ ਹਾਲਾਤ ਸਨ ਉਹ ਇੰਨੇ ਵਧੀਆ ਨਹੀਂ ਸਨ। ਮਨੁੱਖਤਾ ਤੇ ਜ਼ੁਲਮ ਹੁੰਦਾ ਸੀ, ਪਰ ਉਹ ਸੱਚ ਦੇ ਪੁੰਜ, ਉਹ ਅਵਤਾਰੀ ਮਹਾਪੁਰਸ਼ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਬਹੁਤ ਮਿਹਰ ਹੁੰਦੀ ਹੈ, ਤੇ ਉਹ ਆਪਣੀਆਂ ਭਗਤੀ ਕਰਕੇ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਇੰਨੇ ਰੱਬ ਦਾ ਰੂਪ ਆਪ ਬਣਦੇ ਹਨ। ਰੱਬ ਪਰਮਾਤਮਾ ਜਿਸ ਤਰ੍ਹਾਂ ਕਿ ਤੋਹੀ ਮੋਹੀ ਅੰਤਰ ਕੈਸਾ ਵਾਲੀ ਅਵਸਥਾ ਦੇ ਵਿੱਚ ਚਲੇ ਜਾਂਦੇ ਹਨ। ਤੇ ਜਿਸ ਤਰ੍ਹਾਂ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਸੀ। ਉਸ ਵੇਲੇ ਦੇ ਜਿਹੜੇ ਸਨ, ਕਹਿ ਸਕਦੇ ਹਾਂ ਕਿ ਉਸ ਵੇਲੇ ਦੇ ਹਾਕਮ ਜਿਹੜੇ ਸਨ, ਉਹਨਾਂ ਨੇ ਵੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਬਹੁਤ ਹੀ ਤਸੀਹੇ ਵੀ ਦਿੱਤੇ। ਪਰ ਉਹ ਪਰਮਾਤਮਾ ਦਾ ਜੋ ਰੂਪ ਸਨ, ਪਰਮਾਤਮਾ ਨੇ ਜੋ ਆਪ ਮਿਹਰ ਕਰਕੇ ਇਸ ਧਰਤੀ ਤੇ ਭੇਜੇ, ਉਹਨਾਂ ਨੇ ਵੀ ਮਨੁੱਖਤਾ ਦੇ ਉੱਤੇ ਜੋ ਜ਼ੁਲਮ ਹੁੰਦੇ ਸਨ, ਉਹਨਾਂ ਨੂੰ ਹਟਾਉਣ ਦੇ ਲਈ ਬਹੁਤ ਹੀ ਪਰਉਪਕਾਰੀ ਜੋ ਹਨ, ਪਰਉਪਕਾਰ ਕੀਤੇ ਹਨ।
ਮਨੁੱਖਤਾ ਤੇ ਉਹਨਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਹੈ ਕਿ ਕਿਸ ਤਰ੍ਹਾਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਉਸ ਦੇ ਨਾਮ ਦੇ ਨਾਲ ਜੁੜ ਕੇ ਇਹਨਾਂ ਜੋ ਜ਼ੁਲਮਾਂ ਨੂੰ ਕਿਸ ਤਰ੍ਹਾਂ ਅਸੀਂ ਆਪਣੇ ਠੱਲ ਪਾ ਸਕਦੇ ਹਾਂ, ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਾਂ। ਪਰ ਸਾਨੂੰ ਉਸ ਦੇ ਨਾਲ ਪਰਮਾਤਮਾ ਦੇ ਨਾਲ ਜ਼ਰੂਰ ਜੁੜੇ ਰਹਿਣਾ ਚਾਹੀਦਾ ਹੈ। ਸੱਚ ਦੀ ਰਾਹ 'ਤੇ ਚੱਲ ਕੇ ਹੀ ਅਸੀਂ ਪਰਮਾਤਮਾ ਦੇ ਰਾਹ 'ਤੇ ਚੱਲ ਕੇ ਹੀ ਇਹਨਾਂ ਜ਼ੁਲਮਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਉਸ ਪ੍ਰਭੂ ਪਿਤਾ ਪਰਮਾਤਮਾ ਦਾ ਸਿਮਰਨ ਕਰਕੇ ਹੀ ਇਹਨਾਂ ਜ਼ੁਲਮਾਂ ਤੋਂ ਛੁਟਕਾਰਾ ਵੀ ਪਾ ਸਕਦੇ ਹਾਂ। ਅਤੇ ਪਰਮਾਤਮਾ ਜੋ ਸਨ, ਜੋ ਪਰਮਾਤਮਾ ਦਾ ਰੂਪ ਸਨ, ਜਿਸ ਤਰ੍ਹਾਂ ਕਿ ਤੋਹੀ ਮੋਹੀ ਅੰਤਰ ਕੈਸਾ ਸ਼ਬਦ ਦੇ ਵਿੱਚ ਵੀ ਹੈ। ਅਤੇ ਉਹਨਾਂ ਨੇ ਦੱਸਿਆ ਸੀਗਾ ਕਿ ਉਸ ਪਰਮਾਤਮਾ ਦਾ ਸਿਮਰਨ ਕਰਕੇ ਮੈਂ ਉਸ ਪਰਮਾਤਮਾ ਦਾ ਹੀ ਰੂਪ ਬਣ ਜਾਂ ਕਹਿ ਸਕਦੇ ਹਾਂ। ਜੇ ਤੁਸੀਂ ਇਸ ਨੂੰ ਜ਼ਿਆਦਾ ਚੰਗੀ ਤਰ੍ਹਾਂ ਦੱਸ ਸਕਦੇ। ਬਲਜਿੰਦਰ ਜੀ, ਤੁਹਾਡਾ ਬਚਨ ਕਰਨ ਦਾ ਤਰੀਕਾ ਬੜਾ ਸੁੰਦਰ ਹੈ, ਅਤੀ ਸੁੰਦਰ, ਅਤੀ ਸੁਸ਼ੀਲ ਹੈ ਕਿ ਬੋਲਣ ਦਾ ਤਰੀਕਾ ਜਿਹੜਾ ਹੈ ਇਹ ਬਹੁਤ ਗੁੱਡ ਹੈ, ਕਿਉਂਕਿ ਸਵਾਲ ਕਰਨਾ ਤੇ ਸਵਾਲ ਨੂੰ ਸਮਝਣਾ ਇਹ ਬਹੁਤ ਵੱਡੀ ਗੱਲ ਹੈ। ਹੁਣ ਤੁਸੀਂ ਬਚਨ ਕੀਤਾ ਕਿ ਪਹਿਲਾਂ ਮਨੁੱਖ ਨੂੰ ਬਣਨਾ ਕਿੱਦਾਂ ਦਾ ਪੈਂਦਾ ਹੈ, ਫਿਰ ਪ੍ਰਭੂ ਤੁਹਾਡੀ ਆਵਾਜ਼ ਸੁਣਦਾ ਹੈ ਜੀ। ਸੁਣੀ ਪੁਕਾਰ ਦਾਤਾਰ ਪ੍ਰਭੂ ਦੀ ਗੱਲ ਤੇ ਫੇਰ ਆਉਂਦੇ ਆ ਕਿ ਉਹ ਕਿੱਦਾਂ ਦੀ ਪੁਕਾਰ ਕੀਤੀ ਸੀ ਜਿਹੜੀ ਪਰਮੇਸ਼ਰ ਨੇ ਸੁਣ ਲਈ ਜੀ। ਅੱਜ ਅਸੀਂ ਬੜੇ ਕੱਚੇ ਹਾਂ, ਅਸੀਂ ਅਰਦਾਸ ਕਰਾਉਂਦੇ ਹਾਂ ਜੀ, ਸਾਡੀ ਅਰਦਾਸ ਨਹੀਂ ਸੁਣੀ, ਪਰ ਕੀਤੀ ਕਿੱਦਾਂ ਸੀ ਜੀ। ਸਤਿਗੁਰੂ ਜੀ ਆਂਦੇ ਨੇ ਆਤਮਾ ਕਰਕੇ ਮਨੁੱਖ ਉੱਥੇ ਹੋਵੇ, ਸਰੀਰ ਕਰਕੇ ਵੀ ਉੱਥੇ ਹੋਵੇ ਤੇ ਮਨ ਕਰਕੇ ਵੀ ਉੱਥੇ ਹੋਵੇ ਜੀ, ਫਿਰ ਤੁਹਾਡੀ ਅਰਦਾਸ ਪ੍ਰਭੂ ਜੀ ਪ੍ਰਵਾਨ ਕਰਦੇ ਨੇ ਜੀ। ਸਤਿਗੁਰੂ ਕਬੀਰ ਸਾਹਿਬ ਜੀ ਇੱਕ ਬੜਾ ਫੈਸਲਾ ਦਿੰਦੇ ਨੇ ਜੀ ਕਿ ਕਬੀਰ ਮਨ ਪੰਖੀ ਭਇਓ ਉੱਡੇ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਰੁਕਮਦੀਨ ਜਿਹੜਾ ਸੀ ਅਰਦਾਸ ਕਰਦਾ ਸੀ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਿਆ ਕਿ ਤੂੰ ਸਾਡੇ ਨਾਲ ਜਿਹੜੀ ਇਬਾਦਤ ਕਰਦੇ ਆ ਨਾਲ ਸਾਡੇ ਦੁਆ ਦੇ ਵਿੱਚ ਖਲੋਇਆ ਨਹੀਂ। ਕਹਿਣ ਲੱਗੇ ਮੈਂ ਤਾਂ ਨਹੀਂ ਖਲੋਇਆ, ਤੇਰਾ ਮਨ ਤੇ ਜਿਹੜਾ ਘਰ ਵਿੱਚ ਘੁੰਮਦਾ ਕਿ ਤੇਰੀ ਜਿਹੜੀ ਬਸ਼ੇਰੀ ਹੈ ਉਹ ਕਿਤੇ ਖੂਹ 'ਚ ਨਾ ਡਿੱਗ ਪਵੇ, ਤੇਰਾ ਮਨ ਤੇ ਉੱਥੇ ਘੁੰਮਦਾ ਹੈ, ਇਸ ਕਰਕੇ ਮੈਂ ਨਹੀਂ ਖਲੋਇਆ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਇਸ ਗੱਲ ਦੀ ਗੱਲ ਕਿ ਜਦੋਂ ਅਸੀਂ ਇੱਕ ਮਨ ਚਿੱਤ ਜਿਨ ਧਿਆਇਓ ਕਾਲ ਫਾਸ ਕੇ ਵਿੱਚ ਨਾ ਆਇਓ, ਇਹਦਾ ਥੋੜਾ ਜਿਹਾ ਖੁਲਾਸਾ ਕਰੀਏ। ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਸਰਬ ਸਾਂਝੀ ਗੁਰਬਾਣੀ ਦਾ ਮੀਨਿੰਗ ਇਹ ਹੈ ਕਿ ਸਾਰਿਆਂ ਨੂੰ ਸ਼ਾਮਲ ਕਰਨਾ। ਆਪੋ ਆਪਣੇ ਸੁਝਾਅ ਜਿਹੜੇ ਨੇ ਉਹ ਸਾਰਿਆਂ ਨੇ ਦਿੱਤੇ ਨੇ, ਦਿੱਤੇ ਪ੍ਰਭੂ ਪਰਮਾਤਮਾ ਦੇ ਮਿਲਾਪ ਦੇ ਲਈ ਹੀ ਹੈ ਕਿ ਇੱਕ ਛਿਨ ਚਿੱਤ ਜਿਨ ਧਿਆਇਓ ਕਾਲ ਫਾਸ ਕੇ ਵਿੱਚ ਨਾ ਆਇਓ। ਜਿਹੜੇ ਮਨੁੱਖ ਇੱਕ ਛਿਨ ਇੱਕ ਚਿੱਤ ਭਾਵ ਇੱਦਾਂ ਦੇ ਹੋ ਗਏ ਨੇ। ਹੁਣ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਤੂੰ ਕਰਦਾ ਤੇ ਅਰਦਾਸ ਹੈ, ਪੜ੍ਹਦਾ ਤੇ ਬਾਣੀ ਹੈ, ਪਰ ਤੇਰਾ ਮਨ ਤੇ ਕਹਿੰਦੇ ਪੰਛੀ ਵਾਂਗੂ ਉਡਾਰੀਆਂ ਮਾਰਦਾ ਜੀ। ਹੁਣ ਉਹ ਜਿੱਥੇ ਪੰਛੀ ਬਹਿੰਦਾ ਉੱਥੇ ਉੱਥੇ ਦਾ ਉਹਨੂੰ ਰੰਗ ਮਿਲਦਾ ਹੈ ਜੀ। ਪਰ ਪਿਆਰਿਆ ਤੇਰਾ ਵੀ ਇਸੇ ਤਰ੍ਹਾਂ ਹੀ ਹੈ। ਜੇ ਤੂੰ ਰੱਬ ਦੇ ਨਾਲ ਚਰਨਾਂ ਨਾਲ ਜੁੜ ਕੇ ਬੇਨਤੀ ਕਰਦਾ ਹੈ ਤਾਂ ਫਿਰ ਕੀ ਹੋਏਗਾ, ਤੈਨੂੰ ਫਲ ਮਿਲੇਗਾ, ਤੇਰੀ ਅਰਦਾਸ ਵੀ ਪ੍ਰਵਾਨ ਹੋਏਗੀ ਜੀ। ਤੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਿੱਦਾਂ ਦੇ ਹੋਏ ਨੇ। ਉਧਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਲਿਖਦੇ ਨੇ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਕਹਿੰਦੇ ਇਦਾਂ ਦੇ ਮਿਕਸਅਪ ਹੋਣਾ ਰੱਬ ਦੇ ਨਾਲ ਜਦੋਂ ਇਦਾਂ ਦੇ ਹੋ ਗਏ ਨਾ, ਫਿਰ ਕੀ ਹੈ, ਫਿਰ ਉਹਦੀ ਪਾਕਟ ਵਿੱਚ ਭਾਵੇਂ ਹੱਥ ਪਾ ਲਓ। ਜਿਵੇਂ ਇੱਕ ਬੱਚਾ ਨਾ ਇੰਨਾ ਪਿਆਰ ਕਰਦਾ ਆਪਣੇ ਮਾਂ ਪਿਓ ਦੇ ਨਾਲ ਤੇ ਗੋਦੀ ਵਿੱਚ ਬੈਠਿਆ ਜੇਬ ਚੋਂ 2 ਪੌਲੀਆਂ ਵੀ ਕੱਢ ਲੈਂਦਾ, ਹਾਂਜੀ, ਕਦੇ ਕਿਧਰੇ ਹੱਥ ਮਾਰਦਾ ਕਦੇ ਕਿਧਰੇ ਹੱਥ ਮਾਰਦਾ, ਪਰ ਬਾਪ ਉਸੇ ਦਾ ਹੱਥ ਨਹੀਂ ਪਕੜਦਾ ਜੀ। ਇਸੇ ਤਰ੍ਹਾਂ ਅਵਸਥਾ ਦੀ ਗੱਲ ਕਰਦੇ ਨੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਪਰਮੇਸ਼ਰ ਦਾ ਸਰੂਪ ਹੋ ਗਏ ਸਨ। ਹਾਂਜੀ, ਉਹਨਾਂ ਕਿਹਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਹਿਣ ਲੱਗੇ ਬਾਪ ਐ ਪ੍ਰਭੂ, ਮੈਂ ਤੇ ਤੇਰੀ ਗੋਦੀ ਵਿੱਚ ਜਦੋਂ ਬੈਠਿਆ ਮੈਂ ਵੇਖਦਾ ਹਾਂ ਤੇਰਾ ਤੇ ਮੁੜੰਗਾ ਜਿਹੜਾ ਹੈ, ਤੇਰਾ ਤੇ ਚਿਹਰਾ ਜਿਹੜਾ ਹੈ, ਤੇਰਾ ਤੇ ਮੁਹੰਦਰਾ ਜਿਹੜਾ ਹੈ, ਤੇਰਾ ਤੇ ਸਵਰੂਪ ਜਿਹੜਾ ਉਹ ਤੇ ਮੇਰੇ ਵਰਗਾ ਹੀ ਆ। ਹਾਂਜੀ, ਕਿਤਨਾ ਖੇਡਾਂ ਖੇਡਦੇ ਨੇ ਇੱਕ ਬੱਚੇ ਜੈਸੇ।
ਆਪਣੇ ਮਾਈ ਬਾਪ ਸਮਝਦੇ ਨੇ ਪਰਮੇਸ਼ਰ ਨੂੰ, ਉਹਦਾ ਸਵਰੂਪ ਹੋ ਗਏ ਨੇ। ਕੋਈ ਬਾਹਰੋਂ ਆਇਆ, ਇਹ ਤੇ ਬੱਚਾ ਜਿਹੜਾ ਬਈ ਇਹਦਾ ਮੁਹੰਦਰਾ ਤੇਰੇ ਵਰਗਾ ਹੀ ਹੈ। ਹਾਂਜੀ। ਇਹ ਬੱਚੀ ਪੈਦਾ ਹੋਈ ਹੈ ਤੁਹਾਡੀ, ਇਹ ਤੇ ਆਪਣੀ ਮਾਂ ਵਰਗੀ ਹੈ। ਹਾਂਜੀ। ਦੇਖੋ ਤੁਸੀਂ ਸਵਾਲ ਹੈ ਸਮਝਾਉਣ ਦਾ ਤਰੀਕਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਇਹੀ ਕਹਿ ਰਹੇ ਨੇ। ਜਿਵੇਂ ਆਈਆਂ ਔਰਤਾਂ ਨੇ ਕਹਿ ਦਿੱਤਾ ਇਹ ਤੇ ਬਾਪ ਵਰਗਾ ਹੈ, ਇਹ ਤੇ ਮਾਂ ਵਰਗਾ ਹੀ ਬੱਚਾ ਹੈ, ਉਹਦੇ ਵਰਗਾ ਮੁਹੰਦਰਾ ਹੈ, ਅੱਜ ਵੀ ਕਹਿੰਦੇ ਆ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਕਹਿੰਦੇ ਆ ਜਿਹੜੀ ਕਾਇਨਾਤ ਹੈ ਨਾ, ਪ੍ਰਭੂ ਪਰਮਾਤਮਾ ਦੀ ਬੱਚਾ ਹੈ। ਪਰ ਜੇ ਸਮਝ ਲਵੇ ਕੋਈ, ਸਤਿਗੁਰੂ ਜੀ ਆਂਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਐ ਪ੍ਰਭੂ ਜੀ ਤੇਰੇ ਵਿੱਚ ਤਾਂ ਮੇਰੇ ਵਿੱਚ ਤਾਂ ਹੁਣ ਫਰਕ ਕੋਈ ਨਹੀਂ, ਪਰ ਅਵਸਥਾ ਪਹਿਲਾਂ ਇਦਾਂ ਦੀ ਬਣਾਈ ਗਈ ਹੈ ਜੀ। ਫੇਰ ਸੁਣੀ ਪੁਕਾਰ ਦਾਤਾਰ ਪ੍ਰਭ, ਫਿਰ ਸਾਡੀ ਅਰਦਾਸ ਪ੍ਰਭੂ ਨੇ ਉਨ ਸਰਵਣ ਕਰਨੀ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰੰਤਾ ਇਹ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ, ਤੁਮ ਜੋ ਨਾਇਕ ਆਸ਼ੋ ਅੰਤਰਯਾਮੀ, ਪ੍ਰਭ ਤੇ ਜਨ ਜਾਨੀ ਜੈ ਜਨਤੇ ਸੁਆਮੀ, ਸਰੀਰ ਅਰਾਧੈ ਮੋਕੋ ਵਿਚਾਰ ਦੇਹੂ, ਰਵਿਦਾਸ ਸਮਦਲ ਸਮਝਾਵੇ ਕੋ। ਸਾਰਾ ਕੁਝ ਹੀ ਮਹਾਰਾਜ ਨੇ ਮੰਗ ਲਿਆ। ਪ੍ਰਭੂ ਪਰਮਾਤਮਾ ਦਾ ਸਵਰੂਪ ਵੀ ਹੋ ਗਿਆ। ਜਦੋਂ ਇਦਾਂ ਦੇ ਹੋ ਗਏ ਨੇ, ਫਿਰ ਸਤਿਗੁਰੂ ਜੀ ਆਂਦੇ ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੇ ਠਾਓ। ਜਿਹੜਾ ਸੁਖ ਮਾਤਾ ਦੀ ਗੋਦ ਵਿੱਚੋਂ ਬੱਚੇ ਨੂੰ ਮਿਲਣਾ, ਉਹ ਕਿਤੇੋਂ ਨਹੀਂ ਮਿਲਣਾ। ਉੱਥੇ ਬੈਠ ਕੇ ਕਹਿ ਰਹੇ ਨੇ ਜੀ, ਬੇਗਮਪੁਰਾ ਸ਼ਹਿਰ ਕੋ ਨਾਓ। ਪ੍ਰਭੂ ਪਰਮਾਤਮਾ ਦੀ ਗੋਦ ਵਿੱਚ ਬਿਰਾਜਮਾਨ ਹੋ ਗਏ ਨੇ। ਪ੍ਰਭੂ ਪਰਮਾਤਮਾ ਦੀ ਗੋਦ ਇਤਨੀ ਵਿਸ਼ਾਲ ਹੈ ਜੀ, ਉਸ ਗੋਦ ਵਿੱਚ ਜਿਹੜਾ ਵੀ ਬੈਠ ਜਾਂਦਾ ਹੈ, ਜਿਹਨੂੰ ਬੈਠਣਾ ਆਉਂਦਾ, ਉਹਨੂੰ ਮਾਂ ਵਰਗਾ ਨਿੱਘ ਮਿਲਦਾ ਹੈ। ਹਾਂਜੀ। ਜਿਸੇ ਨੂੰ ਬੈਠਣਾ ਨਹੀਂ ਆਇਆ ਤੇ ਉਹ ਵਿਚਾਰਾ ਬਾਹਰ ਹੀ ਤੁਰਿਆ ਫਿਰਦਾ ਹੈ, ਉਹ ਭਟਕਦਾ ਫਿਰਦਾ ਹੈ। ਜਿਹਨੂੰ ਰੱਬ ਦੇ ਚਰਨਾਂ ਵਿੱਚ ਬੈਠਣਾ ਆ ਗਿਆ, ਉਹਦੀ ਪੁਕਾਰ ਵੀ ਸੁਣੀ ਜਾਂਦੀ ਹੈ ਜੀ। ਉਹਦੀ ਕੀਤੀ ਹੋਈ ਅਰਦਾਸ ਵੀ ਪ੍ਰਭੂ ਪਰਮਾਤਮਾ ਪ੍ਰਵਾਨ ਕਰਦੇ ਨੇ। ਤੋ ਪਿਆਰਿਓ, ਉਹਨਾਂ ਦੱਸ ਦਿੱਤਾ ਕਿ ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੇ ਠਾਓ। ਕਹਿੰਦੇ ਇੱਥੇ ਦੁੱਖ ਕੋਈ ਨਹੀਂ, ਨਾ ਤਸਵੀਸ ਖਿਰਾ ਜਨਮਾਲ, ਖੋਪ ਨ ਖਤਾ ਨ ਤਰਸ ਜਵਾਲ, ਅਬ ਮੋਹਿ ਖੂਬ ਬਤਨ ਗੈ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਤਸ਼ਾਹੀ, ਦੋ ਮਨਾ ਸੇਮ ਏਕ ਸੋਵਾਹੀ, ਆਬਾਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸੈ ਮਾਮੂਰ, ਤਿਉ ਤਿਉ ਸੈਲ ਕਰੇ ਜਿਉ ਭਾਵੇ, ਮਹਿਰਮ ਮਹਿਲ ਨ ਕੋ ਵਟਕਾਵੇ, ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਉਹ ਮਾਤਾ ਦੇ ਪ੍ਰਭੂ ਪਰਮਾਤਮਾ ਦੇ ਸਵਰੂਪ ਦੀ ਗੱਲ ਕਰਦੇ ਨੇ ਕਿ ਉਹ ਮਾਤਾ ਵਰਗੀ ਗੋਦ ਹੈ ਉਹਦੀ। ਉਹਦੇ ਵਿੱਚ ਬੈਠਿਆ ਜਿਨ ਬੈਠਣਾ, ਕਹਿੰਦੇ ਇੱਧਰ ਨੂੰ ਆ ਜਾਓ। ਕਹਿੰਦੇ ਜੇ ਮਾਂ ਦਾ ਸੁੱਖ ਲੈਣਾ ਗੋਦ ਦਾ, ਤੇ ਇਦਾਂ ਦੇ ਬਣਨਾ ਪੈਣਾ ਹੈ। ਹਾਂਜੀ। ਕਹਿੰਦੇ ਉਹੀ ਮੇਰਾ ਮਿੱਤਰ ਹੈ, ਉਹੀ ਮੇਰਾ ਦੋਸਤ ਹੈ। ਜਿਹੜਾ ਇਦਾਂ ਦਾ ਬੈਠਣਾ ਜਿਹਨੂੰ ਆ ਗਿਆ, ਉਹੀ ਮੇਰਾ ਮਿੱਤਰ ਹੈ। ਕਹੋ ਰਵਿਦਾਸ ਖਲਾਹ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਕੈਸਾ ਬਚਨ ਗੁਰੂ ਜੀ ਕਰਦੇ ਨੇ ਜੀ। ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਗਿਆਨੀ ਗੁਰਮੁਖ ਸਿੰਘ ਜੀ, ਕਿੰਨਾ ਗਿਆਨ ਸਾਨੂੰ ਦਿੰਦੇ ਹੋ ਤੁਸੀਂ, ਬਹੁਤ ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਹੀ ਜੀ ਉਮੀਦ ਹੈ ਜੀ ਇਸ ਵੇਲੇ ਜਿੰਨੇ ਵੀ ਕਾਂਸ਼ੀ ਟੀਵੀ ਦੇਖ ਰਹੇ ਹਨ, ਉਹ ਇਸ ਬਾਣੀ ਦਾ ਆਨੰਦ ਮਾਣ ਰਹੇ ਹੋਣਗੇ ਤੇ ਸਿੱਖਣ ਨੂੰ ਜ਼ਰੂਰ ਹੀ ਜੋ ਵੀ ਸਾਨੂੰ ਸਿੱਖਣ ਨੂੰ ਮਿਲ ਰਿਹਾ ਹੈ, ਉਹ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦੇ ਹੋਏ ਆਪਣੀ ਜ਼ਿੰਦਗੀ ਨੂੰ ਵੀ ਸਫਲ ਬਣਾਉਣਗੇ। ਉਸ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ, ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਕਹਿ ਸਕਦੇ ਹਾਂ ਕਿ ਚੰਗੇ ਗੁਣ ਆ ਜਾਂਦੇ ਹਨ। ਜੇਕਰ ਕਦੇ ਭੁੱਲੇ ਭਟਕੇ ਅਸੀਂ ਕਿਸੇ ਗਲਤ ਰਾਹ 'ਤੇ ਵੀ ਤੁਰਦੇ ਹਾਂ, ਇਨਸਾਨ ਹਾਂ, ਬਹੁਤ ਗਲਤੀਆਂ ਹੋ ਜਾਂਦੀਆਂ ਹਨ, ਹੁੰਦੀਆਂ ਵੀ ਹਨ। ਤੇ ਕਹਿੰਦੇ ਹਨ ਕਿ ਇਨਸਾਨ ਤਾਂ ਗਲਤੀਆਂ ਦਾ ਪੁਤਲਾ ਹੈ, ਪਰ ਸਮੇਂ ਦੇ ਨਾਲ ਅਵਤਾਰੀ ਪੁਰਸ਼ ਹੋਏ ਹਨ, ਅਵਤਾਰੀ ਮਹਾਂਪੁਰਸ਼ਾਂ ਨੇ ਜੋ ਪਰਮਾਤਮਾ ਦਾ ਰੂਪ ਹੁੰਦੇ ਹਨ, ਜੋ ਕਿ ਜਿਸ ਤਰ੍ਹਾਂ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਔਰ ਇਸੇ
ਤਰ੍ਹਾਂ ਹੀ ਜੀ ਸਾਨੂੰ ਜਦੋਂ ਜਦੋਂ ਵੀ ਸਮੇਂ-ਸਮੇਂ ਤੇ ਲੋੜ ਪਈ ਹੈ ਮਨੁੱਖਤਾ ਨੂੰ, ਅਵਤਾਰੀ ਪੁਰਸ਼ ਆਏ ਹਨ। ਗੁਰੂ ਨਾਨਕ ਦੇਵ ਜੀ ਆਏ ਹਨ, ਗੁਰੂ ਰਵਿਦਾਸ ਮਹਾਰਾਜ ਜੀ 10 ਗੁਰੂ ਹੋਏ ਹਨ, ਜੋ ਵੀ ਸਾਡੇ ਸੰਤ ਮਹਾਪੁਰਸ਼ ਪੀਰ ਪੈਗੰਬਰ ਔਲੀਆ ਇਸ ਧਰਤੀ ਤੇ ਆਏ ਹਨ। ਉਹਨਾਂ ਨੇ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਹੀ ਜੋੜਿਆ ਹੈ ਤੇ ਪ੍ਰਮਾਤਮਾ ਦਾ ਸਿਮਰਨ ਕਰਦੇ ਹੋਏ ਜੋ ਸਾਡੀ ਜ਼ਿੰਦਗੀ ਦੇ ਵਿੱਚ ਭੁੱਲਾਂ ਗਲਤੀਆਂ ਹੁੰਦੀਆਂ ਹਨ, ਉਹਨਾਂ ਨੂੰ ਅਸੀਂ ਬਖਸ਼ਾਉਂਦੇ ਹੋਏ ਆਪਣੀ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹੋਏ ਆਪਣੀਆਂ ਜੋ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਾਂ। ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ, ਉਸ ਦੇ ਨਾਮ ਦੇ ਨਾਲ ਜੁੜਨ ਨਾਲ ਸਾਡੀ ਜ਼ਿੰਦਗੀ ਸਫਲ ਬਣਦੀ ਹੈ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਇਹ ਸਾਡੀ ਸਾਧ ਸੰਗਤ ਦੇ ਭਾਗ ਜਾਗਦੇ ਹਨ ਕਿ ਨਾਲ ਦੀ ਨਾਲ ਇਹ ਵੀ ਕਹਾਂਗੇ ਕਿ ਜਦੋਂ ਵੀ ਕਹਿੰਦੇ ਹਨ ਕਿ ਜੋ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਹਨ, ਉਹ ਕਹਿੰਦੇ ਹਨ ਜੋ ਉਸ ਦੇ ਭੇਜੇ ਹੋਏ ਪੀਰ ਪੈਗੰਬਰ ਹੁੰਦੇ ਹਨ, ਅਵਤਾਰ ਹੁੰਦੇ ਹਨ, ਉਹੀ ਜੋੜਦੇ ਹਨ। ਤੇ ਨਾਲ ਦੀ ਨਾਲ ਹੀ ਜੀ ਅੱਜ ਕੱਲ੍ਹ ਜੋ ਵੀ ਸਾਡੇ ਜਿੰਨੇ ਵੀ ਜਿਸ ਤਰ੍ਹਾਂ ਕਿ ਗਿਆਨੀ ਗੁਰਮੁਖ ਸਿੰਘ ਜੀ ਸਾਨੂੰ ਬਾਣੀ ਦੇ ਨਾਲ ਜੋੜਦੇ ਹਨ, ਇਹਨਾਂ ਦੇ ਪ੍ਰਵਚਨ ਸੁਣ ਕੇ ਵੀ ਅਸੀਂ ਪਰਮਾਤਮਾ ਦੇ ਉਸ ਰਾਹ ਦੇ ਉੱਤੇ ਤੁਰ ਸਕਦੇ ਹਾਂ। ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਦੇ ਹੋਏ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਾਂ। ਤੇ ਜਿਸ ਤਰ੍ਹਾਂ ਕਿ ਇਹਨਾਂ ਨੇ ਗਿਆਨੀ ਗੁਰਮੁਖ ਸਿੰਘ ਜੀ ਨੇ ਪ੍ਰਹਿਲਾਦ ਦੀ ਸਾਖੀ ਸੁਣਾਈ ਹੈ, ਕਿਸ ਤਰ੍ਹਾਂ ਉਸ 'ਤੇ ਵੀ ਉਹਨਾਂ ਨੇ ਉਸ ਸਮੇਂ ਦੇ ਕਹਿ ਸਕਦੇ ਹਾਂ ਹਰਨਾਕਸ਼ ਹੋਇਆ, ਉਹਨਾਂ ਨੇ ਜ਼ੁਲਮ ਕੀਤੇ ਤੇ ਪਰ ਪ੍ਰਹਿਲਾਦ ਜੋ ਕਿ ਪਰਮਾਤਮਾ ਦੇ ਸਿਮਰਨ ਦੇ ਨਾਲ ਜੁੜੇ ਹੋਏ ਸਨ, ਪਰਮਾਤਮਾ ਦੀ ਖਾਸ ਬਖਸ਼ਿਸ਼ ਸੀ ਉਹਨਾਂ ਦੇ, ਤੇ ਉਹ ਉਸ ਦਾ ਹੀ ਰੂਪ ਸਨ ਤੇ ਪਰਮਾਤਮਾ ਨੇ ਹਰ ਥਾਂ ਤੇ ਉਹਨਾਂ ਦੀ ਰੱਖਿਆ ਕੀਤੀ। ਤੇ ਅਸੀਂ ਵੀ ਇਸੇ ਤਰ੍ਹਾਂ ਹੀ ਅਰਦਾਸ ਕਰੀਏ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਪਰਮਾਤਮਾ ਸਾਨੂੰ ਆਪਣੇ ਨਾਮ ਦੇ ਨਾਲ ਜੋੜੀ ਰੱਖੇ। ਤੇ ਅਸੀਂ ਸੁਭਾਗੇ ਹਾਂ ਕਿ ਗਿਆਨੀ ਗੁਰਮੁਖ ਸਿੰਘ ਜੀ ਸਾਨੂੰ ਇੱਥੇ ਆ ਕੇ ਆਪਣੇ ਪ੍ਰਵਚਨ ਦਿੰਦੇ ਹਨ ਤੇ ਉਸ ਪਰਮਾਤਮਾ ਦੇ ਸਿਮਰਨ ਦੇ ਨਾਲ ਜੋੜਦੇ ਹਨ। ਪਰਮਾਤਮਾ ਦਾ ਕਿਸ ਤਰ੍ਹਾਂ ਸਿਮਰਨ ਕਰਨਾ ਹੈ, ਕਿਸ ਤਰ੍ਹਾਂ ਉਹਨਾਂ ਦੀ ਬਾਣੀ ਪੜ੍ਹਨੀ ਹੈ, ਸਾਨੂੰ ਦੱਸਦੇ ਹਨ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਗਿਆਨੀ ਗੁਰਮੁਖ ਸਿੰਘ ਜੀ। ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਅਵਤਾਰੀ ਪੁਰਸ਼ ਜੋ ਕਿ ਉਸ ਪਰਮਾਤਮਾ ਦੀ ਮਿਹਰ ਸਦਕਾ ਇਸ ਧਰਤੀ ਤੇ ਆਏ, ਉਸ ਪਰਮਾਤਮਾ ਦਾ ਹੀ ਰੂਪ ਸਨ, ਉਹ ਪ੍ਰਗਟ ਹੋਏ ਹਨ ਤੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਏ। ਦੇਖੋ ਬਲਜਿੰਦਰ ਜੀ, ਤੁਸੀਂ ਬਹੁਤ ਸੋਹਣਾ ਫਿਰ ਇਹ ਗੱਲ ਕਰਦੇ ਹੋ ਔਰ ਕੀਤਾ ਬਚਨ ਬੜਾ ਸੁੰਦਰ ਕਿ ਮਨੁੱਖ ਜਿਹੜਾ ਨਾ ਜੀ ਇਹ ਆਇਆ ਇਸ ਸੰਸਾਰ ਵਿੱਚ ਕੁਝ ਸੁਣਨ ਵਾਸਤੇ। ਤੁਸੀਂ ਇੱਕ ਬਚਨ ਕੀਤਾ ਕਿ ਸੁਣ ਅੰਧੇ ਪਾਵੇ ਰਾਹੋ, ਸੁਣਿਆ ਹਾਥ ਹੋਵੇ ਅਸਗਾਓ। ਜਪਜੀ ਸਾਹਿਬ ਦੇ ਵਿੱਚ ਇੱਕੋ ਲਫ਼ਜ਼ ਮੈਂ ਤੁਹਾਡਾ ਲਿਆ ਕਿ ਤੁਸੀਂ ਚੰਗੇ ਵਿਦਵਾਨ ਨੂੰ, ਚੰਗੇ ਮਹਾਂਪੁਰਖ ਨੂੰ ਜਦੋਂ ਉਹਦੀ ਸੰਗਤ ਕਰਨ ਲੱਗ ਪੈਂਦੇ ਹੋ ਨਾ ਜੀ ਤੇ ਤੁਹਾਨੂੰ ਉਹਦੇ ਕੋਲੋਂ ਸੁਣਿਆ ਤੁਹਾਡਾ ਜਿਹੜਾ ਜੀਵਨ ਸਫਲ ਹੋ ਜਾਂਦਾ। ਸਹੀ ਜੀ। ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਚਖਣਾ ਜਾਗ ਜੀ। ਕਿਸੇ ਆਖਿਆ ਕਿ ਵੀ ਇੱਕ ਗੱਲ ਦਾ ਇੱਕ ਟਕਾ ਹੈ। ਕੋਈ ਮਨੁੱਖ ਘਰ ਵਿੱਚੋਂ ਬੜਾ ਦੁਖੀ ਸੀ, ਉਹਦੇ ਮਾਂ ਪਿਓ ਨੇ ਉਸੇ ਨੂੰ ਜੁਦਿਆਂ ਕਰ ਦਿੱਤਾ ਕਿ ਜਾ ਬਈ ਤੈਨੂੰ ਅਸੀਂ ਘਰੋਂ ਹੁਣ ਜੁਦਿਆਂ ਕਰ ਦਿੱਤਾ, ਤੂੰ ਕੰਮ ਕਾਰ ਤੇ ਕੋਈ ਨਹੀਂ ਕਰਦਾ, ਇਹ ਪਕੜ ਇੱਕ ਟਕਾ ਤੇ ਜਿੱਥੇ ਤੈਨੂੰ ਕੋਈ ਘਰ-ਬਾਰ ਮਿਲਦਾ, ਜਿੱਥੇ ਭੋਜਨ ਮਿਲਦਾ, ਉੱਥੇ ਰਹਿਣ ਲੱਗ ਪਾ, ਸਾਡੇ ਕੋਲੋਂ ਤੇਰੀ ਭਲੋ ਪੋਸ਼ਣ ਨਹੀਂ ਹੁਣ ਹੁੰਦੀ। ਹਾਂਜੀ। ਇੱਕ ਗੱਲ ਦੀ ਕੀਮਤ ਕੀ ਹੈ? ਤੁਸੀਂ ਆਖਿਆ ਜੀ ਕਿ ਸੁਣ ਕੇ ਮਨੁੱਖ ਕੁਝ ਨਾ ਕੁਝ ਪ੍ਰਾਪਤ ਕਰ ਲੈਂਦਾ ਜੀ। ਇੱਕ ਦਿਨ ਉਹ ਟਕਾ ਲੈ ਕੇ ਤੁਰਿਆ ਜਾ ਰਿਹਾ ਤੇ ਬੜੀ ਦੂਰ ਜੰਗਲ ਵਿੱਚ ਜਦੋਂ ਪਹੁੰਚਿਆ ਤੇ ਉੱਥੇ ਇੱਕ ਮਨੁੱਖ ਮਿਲਿਆ। ਉਹ ਮਨੁੱਖ ਜਿਹੜਾ ਸੀ ਆਪਸ ਵਿੱਚ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ। ਕਹਿਣ ਲੱਗਾ, ਦੋਸਤ ਕੋਈ ਗੱਲ ਸੁਣਾ। ਕਹਿੰਦਾ, ਮੈਂ ਗੱਲ ਸੁਣਾ ਦੇਣਾ, ਪਰ ਇੱਕ ਗੱਲ ਦੀ ਮੈਂ ਇੱਕ ਟਕਾ ਲੈਣਾ ਜੀ। ਕਹਿੰਦਾ, ਯਾਰ ਦੋਸਤ ਇੱਕ ਤੇ ਟਕਾ ਮੈਨੂੰ ਘਰਦਿਆਂ ਨੇ ਦਿੱਤਾ, ਮੈਂ ਤੇਰੀ ਗੱਲ ਸੁਣ ਲਵਾਂ, ਉਹ ਗੱਲ ਜਦੋਂ ਸੁਣਾਂਗਾ ਤੇ ਟਕਾ ਜਿਹੜਾ ਮੇਰੇ ਕੋਲ ਉਹ ਤੇ ਚਲਿਆ ਜਾਏਗਾ। ਚੱਲ ਕਹਿੰਦਾ, ਯਾਰ ਤੂੰ ਅੱਧਾ ਟਕਾ ਦੇ ਦੇ, ਪਰ ਟਕੇ ਅੱਧੇ ਤੋਂ ਮੈਂ ਗੱਲ ਨਹੀਂ ਸੁਣਾਵਾਂਗਾ। ਉਸੇ ਨੇ ਆਖਿਆ ਕਿ ਜਿੱਥੇ ਬਹੁਤ ਪੁਰਸ਼ ਇਕੱਠੇ ਹੋਣ
ਜੀ ਕਿਸੇ ਮਨੁੱਖ ਨੂੰ ਪ੍ਰੇਰਨਾ ਕਰਨ ਵੀ ਆਹ ਕੰਮ ਕਰ ਲੈ, ਤੇ ਉਹ ਕਰ ਲਈਦਾ, ਲਿਆ ਵੀ ਟਕਾ, ਕਹਿੰਦਾ ਵੀ ਅੱਧਾ ਟਕਾ ਲੈ ਲਾ। ਫਿਰ ਕੁਝ ਥੋੜੀ ਦੂਰ ਹੋਰ ਗਿਆ ਬਲਜਿੰਦਰ ਜੀ, ਉਹ ਕਹਿਣ ਲੱਗਿਆ ਕੋਈ ਹੋਰ ਗੱਲ ਸੁਣਾ ਵੀ ਅੱਧਾ ਟਕਾ ਤੇ ਤੂੰ ਮੇਰੇ ਤੋਂ ਲੈ ਲਿਆ ਜੀ, ਤੇ ਹੁਣ ਹੋਰ ਚਿੱਤ ਕਰਦਾ ਤੇਰੀ ਗੱਲ ਕੋਈ ਹੋਰ ਸੁਣ ਲਵਾਂ। ਇਹ ਦੇਖੋ ਬੜੀ ਇਤਿਹਾਸ ਭਰੀ ਗੱਲ ਹੈ ਜੀ। ਉਸੇ ਨੇ ਆਖਿਆ ਕਿ ਜਦੋਂ ਦੋ ਇਸਤਰੀ ਤੇ ਪੁਰਸ਼ ਹੋਣ, ਮਰਦ ਤੇ ਇਸਤਰੀ ਦੋ ਇਕੱਠੇ ਹੋਣ, ਪਤੀ ਤੇ ਪਤਨੀ ਦੋ ਇਕੱਠੇ ਹੋਣ, ਕਦੇ ਇਸਤਰੀ ਦੀ ਉਸਤਤ ਨਾ ਕਰਨੀ। ਕਹਿੰਦਾ ਜੀ ਅੱਧਾ ਟਕਾ ਦੇ ਦਿਓ, ਲਓ ਭਾਈ। ਹੈਰਾਨ ਹੋਇਆ, ਕਹਿੰਦਾ ਦੋ ਗੱਲਾਂ ਸੁਣੀਆਂ ਨੇ ਤੇ ਇਹ ਜਿਹੜਾ ਟਕਾ ਸੀ ਇਹਨੇ ਲੈ ਲਿਆ, ਹੁਣ ਬਸ ਮੇਰੀ ਝੋਲੀ ਵਿੱਚ ਕੁਝ ਨਹੀਂ। ਪਰ ਦੋ ਗੱਲਾਂ ਝੋਲੀ ਵਿੱਚ ਪੈ ਗਈਆਂ ਸੀ ਜੀ, ਕਿਉਂਕਿ ਸੁਣਨ ਦੇ ਨਾਲ ਤੁਹਾਨੂੰ ਬਹੁਤ ਕੁਝ ਪ੍ਰਾਪਤ ਹੁੰਦਾ। ਜਿਹੜਾ ਸੁਣਦਾ ਨਹੀਂ ਮਨੁੱਖ ਨਾ, ਕਹਿੰਦੇ ਉਹ ਕੰਧ ਵਰਗਾ ਹੈ। ਹਾਂਜੀ। ਹੁਣ ਸਾਹਿਬ ਜੀ ਆਂਦੇ ਨੇ, ਸੁਣਿਆ ਹਾਥ ਹੋਵੇ ਅਸਗਾਓ, ਸੁਣਿਆ ਅੰਧੇ ਪਾਵੇ ਰਾਹੋ। ਅੰਨਾ ਮਨੁੱਖ ਵੀ ਹੋਵੇ ਅੱਖਾਂ ਤੋਂ, ਲੇਕਿਨ ਕੰਨ ਚੱਲਦੇ ਨੇ, ਸੁਣ ਕੇ ਰਾਹੇ ਪੈ ਜਾਂਦਾ। ਜੀ ਜੀ ਜੀ। ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਦੇ ਨੇ, ਅੰਧੇ ਓਏ ਨਾ ਆਖੀਨ ਜਿਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਜੋ ਖਸਮੋ ਕੁੱਥੇ ਜਾਹੇ। ਗੁਰੂ ਗ੍ਰੰਥ ਸਾਹਿਬ ਜੀ ਉਹ ਕਹਿੰਦੇ ਨੇ ਅੰਨਾ ਪੁਰਸ਼ ਉਹ ਨਹੀਂ ਹੈ ਜਿਹਦੀਆਂ ਅੱਖਾਂ ਹੈ ਨਹੀਂ, ਕਹਿੰਦੇ ਅੰਨਾ ਪੁਰਸ਼ ਉਹ ਹੈ ਜਿਹੜਾ ਕੰਨਾਂ ਨਾਲ ਸੁਣਦਾ ਹੀ ਕੁਝ ਨਹੀਂ। ਹਾਂਜੀ। ਸਤਿਗੁਰਾਂ ਦੀ ਬਾਣੀ ਕੰਨਾਂ ਨਾਲ ਸੁਣ ਲਈ, ਕੰਨ ਵਿੱਚ ਪੈ ਗਈ ਤੇ ਕਹਿੰਦੇ ਉਹ ਰਾਹੇ ਪੈ ਜਾਂਦਾ ਹੈ। ਹਾਂਜੀ। ਉਹ ਇੱਕ ਨਗਰ ਵਿੱਚ ਪਹੁੰਚਿਆ, ਜਦੋਂ ਪਹੁੰਚਿਆ ਤੇ ਉੱਥੇ ਕੀ ਹੈ, ਇੱਕ ਖੂਹ ਜਿਹੜਾ ਉਸੇ ਦਾ ਉਹਨੂੰ ਗੰਡ ਕਹਿੰਦੇ ਨੇ, ਲੱਕੜ ਦਾ ਬਣਾ ਕੇ ਥੱਲੇ ਉਹ ਦਿੱਤਾ ਜਾਂਦਾ ਜੀ। ਹੁਣ ਉਹ ਜਿਹੜਾ ਖੂਹ ਦੇ ਵਿੱਚ ਗੰਡ ਉਤਰਦਾ ਨਹੀਂ ਹੈ, ਉਹਨੂੰ ਗੰਡ ਕਹਿੰਦੇ ਨੇ। ਜਦੋਂ ਉਤਰਦਾ ਨਹੀਂ ਤੇ ਜਿਹੜਾ ਵੀ ਗੰਡ ਨੂੰ ਦੇਖਣ ਜਾਂਦਾ, ਉਤਰਦਾ ਕਿਉਂ ਨਹੀਂ? ਜਦੋਂ ਉਹ ਜਾਂਦਾ ਤੇ ਉਸ ਵੇਲੇ ਉੱਥੇ ਇੱਕ ਦੈਂ ਤੇ ਦਈ ਦੋਏ ਰਹਿੰਦੇ ਨੇ, ਦੈਂਤ, ਤੇ ਉਹ ਝਪਟ ਮਾਰਦੇ ਨੇ ਤੇ ਉੱਥੇ ਬੰਦੇ ਨੂੰ ਮਾਰ ਦਿੰਦੇ ਨੇ। ਮਾਰਦੇ ਕਿਉਂ ਨੇ? ਉਹ ਦੇ ਪੁੱਛਦਾ ਸਾਡੇ ਵਿੱਚੋਂ ਸੋਹਣਾ ਕੌਣ ਹੈ? ਜਿਹੜਾ ਦੇ ਹੈ ਉਹ ਅੱਖ ਤੋਂ ਕਾਣਾ ਸੀ, ਤੇ ਜਿਹੜਾ ਵੇਖਦਾ ਸੀ, ਜਿਹੜੀ ਦਾਈ ਸੀ, ਜਿਹੜੀ ਦੈਂਤਣੀ ਸੀ, ਉਹ ਬੜੀ ਖੂਬਸੂਰਤ ਸੀ। ਕਹਿੰਦਾ ਜੀ ਉਹ ਬੜੀ ਸੋਹਣੀ ਹੈ, ਤੇ ਦੇ ਝਪਟ ਮਾਰ ਕੇ ਮਾਰ ਦਿੰਦਾ ਸੀ। ਉਹਨੇ ਉਹ ਗੱਲ ਸੁਣੀ ਹੋਈ ਸੀ ਕਿ ਪੁਰਸ਼ ਦੀ ਉਸਤਤ ਕਰਨੀ ਹੈ ਜੀ। ਜਦੋਂ ਉਹ ਨੀਚੇ ਗਿਆ, ਸਾਰੇ ਜਾਂਦੇ ਖਤਮ ਹੋਈ ਜਾਂਦੇ ਨੇ, ਤੇ ਹੁਣ ਉਹ ਉੱਥੇ ਖੂਹ ਤੇ ਪਹੁੰਚਿਆ, ਜਿਹਨੇ ਇੱਕ ਟਕੇ ਨਾਲ ਦੋ ਗੱਲਾਂ ਸੁਣੀਆਂ ਸੀਆਂ। ਕਹਿੰਦੇ ਬਈ ਆ ਇੱਕ ਬਾਹਰੋਂ ਬੰਦਾ ਆਇਆ, ਵੇਖਦੇ ਆ ਇਹਨੂੰ ਖੂਹ ਵਿੱਚ ਉਤਾਰੋ। ਜਦੋਂ ਉਸੇ ਨੂੰ ਖੂਹ ਵਿੱਚ ਬਹੁਤੇ ਕਹਿਣ ਤੇ ਉਹਨੂੰ ਗੱਲ ਯਾਦ ਆਈ ਕਿ ਮੈਂ ਗੱਲ ਸੁਣੀ ਹੈ ਕਿ ਜੇ ਬਹੁਤੇ ਲੋਕ ਕਹਿਣ ਤੇ ਤੁਸੀਂ ਭਾਈ ਖੂਹ ਦੇ ਵਿੱਚ ਉਤਰ ਜਾਣਾ ਜਾਂ ਉਹਨਾਂ ਦੀ ਗੱਲ ਮੰਨ ਲੈਣੀ ਜੀ। ਹੁਣ ਉਹ ਖੂਹ ਦੇ ਵਿੱਚ ਉਤਰਿਆ, ਜਦੋਂ ਨੀਚੇ ਗਿਆ ਜੀ ਤੇ ਉਹ ਦੇ ਤੇ ਦੈਂਤਣੀ ਜਿਹੜੀ ਪੁੱਛਦੇ ਨੇ ਸਾਡੇ ਵਿੱਚੋਂ ਖੂਬਸੂਰਤ ਕੌਣ ਹੈ, ਇਹ ਇਤਿਹਾਸਕ ਗੱਲ ਹੈ। ਉਹ ਕਹਿਣ ਲੱਗਾ, ਉਹਨੂੰ ਯਾਦ ਆਇਆ ਕਿ ਅੱਧੇ ਟਕੇ ਨਾਲ ਗੱਲ ਸੁਣੀ ਸੀ ਜੀ। ਕਹਿੰਦਾ ਜੀ ਮਹਾਰਾਜ ਬਾਦਸ਼ਾਹ ਤੁਸੀਂ ਖੂਬਸੂਰਤ ਹੋ, ਤੁਸੀਂ ਸੋਹਣੇ ਹੋ। ਉਸ ਵੇਲੇ ਉਹਨੇ 7 ਪਾਤਸ਼ਾਹੀਆਂ ਦਾ ਧਨ ਜਿਹੜਾ ਸੀ ਇਕੱਠਾ ਕਰਕੇ ਉਹਦੀ ਪੰਡ ਬੰਨ ਕੇ ਚੁਕਾ ਦਿੱਤੀ। ਕਹਿੰਦਾ ਜਾ ਤੇ ਗੰਢ ਥੱਲੇ ਉਤਰ ਗਿਆ। ਗੱਲ ਸੁਣਨ ਦੀ ਗੱਲ ਸੀ। ਵਿਦਵਾਨ ਨੂੰ ਸੁਣਨਾ ਬਹੁਤ ਚੰਗੀ ਗੱਲ ਹੈ। ਜਦੋਂ ਸੁਣ ਲਓਗੇ, ਸਤਿਗੁਰੂ ਜੀ ਕਹਿੰਦੇ ਅੰਧੇ ਓਏ ਨਾ ਆਖੀਨ ਜਿਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਜੋ ਖਸਮੋ ਕੁੱਥੇ ਜਾਹੇ। ਸੁਣਨ ਦੇ ਨਾਲ ਮਨੁੱਖ ਨੂੰ ਗਿਆਨ ਹੋ ਜਾਂਦਾ ਹੈ। ਮਨੁੱਖ ਆਇਆ ਇਸ ਸੰਸਾਰ ਵਿੱਚ ਕੁਝ ਸੁਣਨ ਵਾਸਤੇ ਹੈ। ਹਾਂਜੀ। ਜਦੋਂ ਇਹ ਸੁਣਦਿਆਂ ਆਪਣੇ ਜੀਵਨ ਦਾ ਨਿਰਵਾਹ ਕਰ ਲੈਂਦਾ ਹੈ। ਜੇ ਸੁਣਨ ਦਾ ਇਸ ਨੂੰ ਰਸ ਪੈ ਜਾਵੇ, ਦੋ ਤਰ੍ਹਾਂ ਦਾ ਸੁਣਨਾ ਹੈ। ਇੱਕ ਸਤਿਗੁਰੂ ਜੀ ਕਹਿੰਦੇ ਐ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ। ਸਰਵਣ ਕਹਿੰਦੇ ਨੇ ਕੰਨਾਂ ਨੂੰ। ਤੀਸਰੇ ਪਾਤਸ਼ਾਹ ਜੀ ਐ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਪਰ ਕਹਿੰਦੇ ਬਾਣੀ ਸੁਣੀ, ਚੰਗੀ ਗੱਲ ਸੁਣੀ, ਕਿਸੇ ਵਿਦਵਾਨ ਨੂੰ ਸੁਣ ਲਈ, ਕਿਸੇ ਨਿੰਦਿਆ ਨੂੰ ਨਾ ਸੁਣੀ ਜਿਹਦੇ ਨਾਲ ਤੇਰਾ ਜੀਵਨ ਖਤਮ ਹੋ ਜਾਏਗਾ। ਹਾਂਜੀ, ਤੇਰਾ ਜਨਮ ਖਤਮ ਹੋ ਜਾਏਗਾ। ਜੇਕਰ ਤੂੰ ਚੰਗੀ ਗੱਲ ਸੁਣਦਿਆਂ ਇੱਕ ਗੱਲ ਸੁਣਦਿਆਂ ਵੀ ਤੇਰਾ ਜੀਵਨ ਸਫਲ ਹੋ ਜਾਏਗਾ। ਗੱਲ ਆਈ ਸੀ ਕਿ ਜਿਹੜਾ ਮਨੁੱਖ, ਕਿਸੇ ਮਨੁੱਖ ਨੂੰ ਆਦਤ ਪੈ ਜਾਵੇ ਸੁਣਨੇ ਦੀ, ਹਾਂਜੀ, ਚੰਗੀ ਗੱਲ ਸੁਣਨੇ ਦੀ, ਹਾਂਜੀ, ਇਹਨਾਂ ਕੰਨਾਂ ਦੇ ਨਾਲ ਸਾਹਿਬ ਜੀ ਕਹਿੰਦੇ ਪਠਾਏ ਤਾਂ ਹੈ
कि इन्हां दे नाल चंगियां गल्लां सुननियां ने, ज्ञान सुनना है, गुरु की गल सुननी, ज्यों ज्यों सुनेगा त्यों त्यों जीवन सफल होंदा जाएगा। बहुत सवाल तुहाडा वधिया सी जी। हाँ जी, बहुत धन्नवाद। इस तरह ही साध संगत भी बहुत लाहा लै रहे होणगे ते इसे ਤਾਂ ਹੀ ਇਹ ਕਿਹਾ, ਜਿਸ ਤਰ੍ਹਾਂ ਕਿ ਤੁਸੀਂ ਵੀ ਹੁਣੇ ਬਿਆਨ ਕੀਤਾ ਹੈ ਕਿ ਸੁਣਨਾ ਬਹੁਤ ਚੰਗੀ ਗੱਲ ਹੈ। ਇਸ ਵੇਲੇ ਜਿੰਨੀ ਵੀ ਸਾਧ ਸੰਗਤ ਕਾਂਚੀ ਟੀਵੀ ਦੇਖ ਰਹੀ ਹੈ, ਉਹ ਇਸ ਵੇਲੇ ਜੇ ਪ੍ਰੋਗਰਾਮ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਰਹੇ ਹਨ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ, ਸਾਰਾ ਨਾ ਸਹੀ, ਜੇਕਰ ਕੋਈ ਇੱਕ ਚੰਗਾ ਸ਼ਬਦ ਵੀ ਉਹਨਾਂ ਦੇ ਕੰਨਾਂ ਦੇ ਵਿੱਚ ਪੈ ਕੇ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਧਾਰਨ ਕਰ ਲਿਆ, ਉਸ ਨੂੰ ਫੋਲੋ ਕਰ ਲਿਆ, ਤਾਂ ਕਹਿੰਦੇ ਹਨ ਕਿ ਇੱਕ ਸ਼ਬਦ ਦੇ ਨਾਲ ਵੀ ਜ਼ਿੰਦਗੀ ਜਿਹੜੀ ਬਦਲ ਸਕਦੀ ਹੈ। ਚੰਗਾ ਸ਼ਬਦ ਹੋਵੇ, ਚੰਗੇ ਸ਼ਬਦ ਨੂੰ ਫੋਲੋ ਕੀਤਾ ਜਾਵੇ, ਚੰਗੇ ਸ਼ਬਦ ਨੂੰ ਮੰਨਿਆ ਜਾਵੇ, ਨਾ ਕਿ ਨਿੰਦਿਆ, ਚੁਗਲੀ ਜਾਂ ਜੇਕਰ ਗਲਤ ਰਾਹ 'ਤੇ ਜਾਵਾਂਗੇ, ਗਲਤ ਰਾਹ ਚੁਣਾਂਗੇ ਤਾਂ ਉਸ ਦਾ ਗਲਤ ਨਤੀਜਾ ਹੁੰਦਾ ਹੈ, ਅਤੇ ਜੇਕਰ ਸਹੀ ਰਾਹ ਚੁਣਾਂਗੇ ਤਾਂ ਉਸ ਦਾ ਸਹੀ ਨਤੀਜਾ ਹੁੰਦਾ ਹੈ। ਇਸ ਵੇਲੇ ਸਰਬ ਸਾਂਝੀ ਗੁਰਬਾਣੀ ਦੇ ਵਿੱਚ ਇਹ ਪਰਮਾਤਮਾ ਦੀ ਮਿਹਰ ਸਦਕਾ ਹੀ ਆਪ ਜੀ ਦੇ ਪ੍ਰਵਚਨ ਨੂੰ ਸੁਣਨ ਮਿਲ ਰਹੇ ਹਨ ਅਤੇ ਚੰਗੀਆਂ ਹੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ, ਅਤੇ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੀਆਂ ਹੀ ਚੰਗੀਆਂ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਉਤਰ ਜਾਣ ਅਤੇ ਅਸੀਂ ਵੀ ਇਹਨਾਂ ਗੱਲਾਂ ਨੂੰ ਸੁਣਦੇ ਹੋਏ, ਉਸ ਪਰਮਾਤਮਾ ਦੀ ਉਸਤਤ ਨੂੰ ਸੁਣਦੇ ਹੋਏ, ਅਸੀਂ ਜੋ ਸਾਡੇ ਕੋਲੋਂ ਵੀ ਭੁੱਲਾਂ ਹੋ ਜਾਂਦੀਆਂ ਹਨ, ਅਰਦਾਸ ਕਰਦੇ ਹਾਂ ਪਰਮਾਤਮਾ ਮਿਹਰ ਕਰਨ, ਸਾਨੂੰ ਵੀ ਇਸ ਬਾਣੀ ਦਾ ਜੋ ਰਸ ਮਿਲਦਾ ਹੈ, ਆਪ ਜੀ ਤੋਂ ਸਿੱਖਣ ਨੂੰ ਮਿਲਦਾ ਹੈ, ਉਸ ਨੂੰ ਅਸੀਂ ਮੰਨਦੇ ਹੋਏ, ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦੇ ਹੋਏ, ਮੰਨਦੇ ਹੋਏ ਅਸੀਂ ਜ਼ਿੰਦਗੀ ਨੂੰ ਸਫਲ ਬਣਾਈਏ, ਚੰਗੇ ਰਾਹ 'ਤੇ ਚੱਲੀਏ। ਅਤੇ ਇਹ ਕਾਂਚੀ ਟੀਵੀ ਦੀ ਬੜੀ ਵੱਡੀ ਦੇਣ ਹੈ, ਜੋ ਕਿ ਪਰਮਾਤਮਾ ਦੀ ਵੀ ਬਖਸ਼ਿਸ਼ ਹੈ ਕਿ ਤੁਹਾਡੇ ਵਰਗੇ ਸੰਤ ਮਹਾਂਪੁਰਸ਼ਾਂ ਦੇ ਵੀ ਦਰਸ਼ਨ ਹੁੰਦੇ ਹਨ। ਇਸ ਵੇਲੇ ਜਿੰਨੀ ਵੀ ਸਾਧ ਸੰਗਤ ਇਸ ਵੇਲੇ ਕਾਂਚੀ ਟੀਵੀ ਦੇਖ ਰਹੀ ਹੈ, ਗਿਆਨੀ ਗੁਰਮੁਖ ਸਿੰਘ ਜੀ ਦੇ ਪ੍ਰਵਚਨਾਂ ਨੂੰ ਸੁਣਨ ਨੂੰ ਸਾਨੂੰ ਮਿਲ ਰਹੇ ਹਨ, ਅਤੇ ਆਪ ਜੀ ਬਹੁਤ ਹੀ ਕਹਿ ਸਕਦੇ ਹਾਂ ਕਿ ਬਾਣੀ ਦੇ ਵਿਖਿਆਤ ਕਰਨ ਵਾਲੇ ਹਨ, ਜੋ ਬਾਣੀ ਨੂੰ ਸਹੀ ਤਰ੍ਹਾਂ ਸਾਨੂੰ ਸਮਝਾਉਂਦੇ ਹਨ, ਇੱਕ ਇੱਕ ਸ਼ਬਦ ਮੋਤੀਆਂ ਵਾਂਗ ਪਰੋ ਕੇ ਸਹੀ ਬਾਣੀ ਜੋ ਸਾਨੂੰ ਦੱਸਦੇ ਹਨ, ਕਿਸ ਤਰ੍ਹਾਂ ਬਿਆਨ ਕਰਨੀ ਹੈ, ਕਿਸ ਤਰ੍ਹਾਂ ਉਸ ਨੂੰ ਸੁਣਨਾ ਹੈ, ਕਿਸ ਤਰ੍ਹਾਂ ਇੱਕ ਇੱਕ ਸ਼ਬਦ ਨੂੰ ਪੜ੍ਹਨਾ ਹੈ, ਕਿਉਂਕਿ ਸਾਨੂੰ ਇੰਨਾ ਪਤਾ ਨਹੀਂ ਹੈ, ਅਣਜਾਣ ਹਾਂ, ਪਰ ਆਪ ਜੀ ਬਹੁਤ ਹੀ ਗਿਆਨਵਾਨ ਹਨ, ਵਿਦਵਾਨ ਹਨ, ਜਿਨ੍ਹਾਂ ਨੇ ਕਿ ਬਹੁਤ ਹੀ ਬਾਣੀ ਦੇ ਉੱਤੇ ਕਹਿ ਸਕਦੇ ਹਾਂ ਕਿ ਵਿੱਦਿਆ ਹਾਸਲ ਕੀਤੀ ਹੋਈ ਹੈ, ਸਹੀ ਤਰ੍ਹਾਂ ਨਾਲ ਸਮਝਦੇ ਹਨ, ਪੜ੍ਹਦੇ ਹਨ, ਹਰ ਇੱਕ ਸ਼ਬਦ ਨੂੰ ਸਹੀ ਤਰ੍ਹਾਂ ਨਾਲ ਬੋਲਦੇ ਹਨ, ਅਤੇ ਸਾਨੂੰ ਸਿੱਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਹੀ ਅਸੀਂ ਸਾਧ ਸੰਗਤ ਅੱਗੇ ਬੇਨਤੀ ਕਰਦੇ ਹਾਂ ਕਿ ਗਿਆਨੀ ਗੁਰਮੁਖ ਸਿੰਘ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਕਿ ਸਾਨੂੰ ਪਰਮਾਤਮਾ ਦੇ ਸਿਮਰਨ ਦੇ ਨਾਲ, ਪਰਮਾਤਮਾ ਦੀ ਬਾਣੀ ਦੇ ਨਾਲ ਜੋੜਦੇ ਹਨ, ਅਤੇ ਪ੍ਰੋਗਰਾਮ ਸਰਬ ਸਾਂਝੀ ਗੁਰਬਾਣੀ ਦੇ ਵਿੱਚ ਆ ਕੇ ਆਪ ਜੀ ਉਸ ਪਰਮਾਤਮਾ ਦੇ ਜੋ ਬਾਣੀ ਰਚੀ ਗਈ ਹੈ, ਪਰਮਾਤਮਾ ਦੀ ਬਾਣੀ ਰਚੀ ਗਈ ਹੈ, ਪਰਮਾਤਮਾ ਦੇ ਸਿਮਰਨ ਨੂੰ ਕਿਸ ਤਰ੍ਹਾਂ ਪੜ੍ਹਨਾ ਹੈ, ਪਰਮਾਤਮਾ ਦੀ ਬਾਣੀ ਨੂੰ ਕਿਸ ਤਰ੍ਹਾਂ ਪੜ੍ਹਨਾ ਹੈ, ਸੁਣਨਾ ਹੈ, ਉਸ ਨੂੰ ਸਮਝਾਉਂਦੇ ਹਨ, ਦੱਸਦੇ ਹਨ। ਬਹੁਤ ਸੁਭਾਗੇ ਹਾਂ, ਧੰਨਵਾਦ ਆਪ ਜੀ ਦਾ। ਸੋ ਬਲਜਿੰਦਰ ਜੀ, ਦੇਖੋ ਸਤਿਗੁਰੂ ਜੀ ਨੇ ਇੱਕ ਐਸਾ ਇਹ ਮਹਿਲ ਬਣਾਇਆ ਨਾ ਜੀ, ਇਹ ਮਹਿਲ ਇੱਕ ਐਸਾ ਹੈ, ਤੁਸੀਂ ਆ ਬਿਲਡਿੰਗ ਦੇਖਦੇ ਹੋ, ਕਿਤੇ ਡੋਰ ਬਣਾ ਦਿੱਤੀ, ਕਿਤੇ ਵਿੰਡੋ ਲਾਏ ਨੇ, ਕਿਤੇ ਰੌਸ਼ਨਦਾਨ ਲਾਏ ਨੇ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਇੱਕ ਐਸਾ ਮਹਿਲ ਬਣਾਇਆ ਜੀ, ਇਹਦੇ ਵਿੱਚ ਹਰ ਇੱਕ ਚੀਜ਼ ਹੈ ਜੀ, ਪਰ ਜਿਨ ਵੇਖ ਲਿਆ ਉਹਨੂੰ ਦੀਦੀਆਂ ਨੇ ਜੀ। ਸਾਹਿਬ ਜੀ ਕਹਿੰਦੇ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ ਜੀ। ਦੇਖੋ ਇਹ ਜਿਹੜਾ ਮਹਿਲ ਬਣਾਇਆ ਜੀ, ਇਹਦੇ 9 ਦੁਆਰੇ, ਇਹਦੇ 9 ਜਿਹੜੇ ਨੇ ਵਿੰਡੋ ਕਹਿ ਲਓ, ਇਹਨੂੰ ਤੁਸੀਂ ਡੋਰਾਂ ਕਹਿ ਲਓ, ਅੱਖੀਆਂ ਲਾ ਦਿੱਤੀਆਂ ਮਹਾਰਾਜ ਜੀ ਨੇ, ਨਸਾਂ ਲਾਈਆਂ ਨੇ, ਮੂੰਹ ਲਾਇਆ, ਭਾਵ ਕਹਿਣ ਦਾ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਹੁਣ ਜਿਹੜਾ 10ਵਾਂ ਦੁਆਰ ਹੈ, ਮਹਾਰਾਜ ਜੀ ਕਹਿੰਦੇ ਨੇ ਉੱਥੇ ਪ੍ਰਭੂ ਪਰਮਾਤਮਾ ਦਾ ਵਾਸਾ ਆਪਣਾ ਹੈ ਜੀ, ਔਰ ਉਹਦਾ ਜਿਹੜਾ ਤਾਲਾ ਹੈ ਉਹਨੂੰ ਲੱਗਾ ਹੋਇਆ, ਤੇ ਚਾਬੀ ਜਿਹੜੀ ਹੈ ਉਹ ਕਿਸੇ ਸਾਧੂ ਮਹਾਤਮਾ ਦੇ ਹੱਥ ਵਿੱਚ ਹੈ ਜੀ, ਕਿਸੇ ਮਹਾਂਪੁਰਖ ਦੇ ਹੱਥ ਵਿੱਚ ਹੈ, ਕਿਸੇ ਜੁਗਤੀਵਾਨ ਦੇ ਹੱਥ ਵਿੱਚ ਹੈ, ਉਹਨੂੰ ਮਿਲਣਾ ਪਏਗਾ ਜੀ। ਸਾਹਿਬ ਜੀ ਕਹਿੰਦੇ ਕਬੀਰ ਸੇਵਾ ਕੋ ਧੋਏ ਭਲੇ,
एक संत एक राम, राम जो दाता मुकत को, संत जपावे नाम। जी जी कहते ਉਹਦੇ ਕੋਲ ਗਏ, ਉਹ 10ਵਾਂ ਦੁਆਰ ਜਿਹੜਾ ਉਹਦੀ ਉਹ ਚਾਬੀ ਦਿੰਦਾ ਹੈ ਕਿ ਭਾਈ ਇਹ 10ਵਾਂ ਦੁਆਰ ਹੈ ਜੀ। ਉੱਥੇ ਪ੍ਰਭੂ ਪਰਮਾਤਮਾ ਦਾ ਵਾਸਾ ਹੈ। ਉਹਦਾ ਨਾਮ ਹੈ ਸੱਚਖੰਡ ਬਸੈ ਨਿਰੰਕਾਰ। ਪ੍ਰਭੂ ਪਰਮਾਤਮਾ ਦਾ ਵਾਸਾ ਉੱਥੇ ਹੈ। ਜਿਨ੍ਹਾਂ ਨੇ ਉਹ ਦਰ ਨੂੰ ਟੋਲ ਲਿਆ, ਜਿਨ੍ਹਾਂ ਨੇ ਉਹ ਦਰਵਾਜ਼ਾ ਉਹ ਬੂਹਾ ਲੱਭ ਲਿਆ ਨਾ ਜੀ, ਤੇ ਮਹਾਰਾਜ ਜੀ ਕਹਿੰਦੇ ਨੇ ਕਿ ਬੇਗਮਪੁਰਾ ਸ਼ਹਿਰ ਕੋ ਨਾਮ। ਗੁਰੂ ਰਵਿਦਾਸ ਮਹਾਰਾਜ ਜੀ ਨੇ ਉਹ ਦਰਵਾਜ਼ਾ ਲੱਭ ਲਿਆ ਸੀ। ਸਤਿਗੁਰੂ ਕਬੀਰ ਸਾਹਿਬ ਜੀ ਕਹਿੰਦੇ ਮੈਂ ਵੀ ਲੱਭ ਲਿਆ। ਅਬ ਤੋਂ ਜਾਏ ਬਸੇ ਸੰਗਾਸਨ। ਕਹਿੰਦੇ ਨੇ ਮਹਾਰਾਜ ਸਤਿਗੁਰੂ ਕਬੀਰ ਸਾਹਿਬ ਜੀ ਮੈਨੂੰ ਤੇ ਉਹ ਸੰਗਾਸਨ ਮਿਲ ਗਿਆ। अब तो जाए चढ़े संघासन, मिले है सारंग पानी, राम कबीरा एक पए है कोई ना सके पछानी। ਕਹਿੰਦੇ ਨੇ ਅਸੀਂ ਤਾਂ ਇੱਕ ਹੋ ਗਏ ਹਾਂ ਜਿਵੇਂ ਗੁਰੂ ਰਵਿਦਾਸ ਮਹਾਰਾਜ ਜੀ ਤੋਹੀ ਮੋਹੀ, ਜਿਵੇਂ ਗੁਰੂ ਰਵਿਦਾਸ ਮਹਾਰਾਜ ਜੀ ਬੇਗਮਪੁਰਾ ਸ਼ਹਿਰ ਕੋ ਨਾਓ, ਤੂਖ ਅੰਦੋ ਨਹੀਂ ਤੇ ਠਾਓ। ਦੂਸਰੇ ਪਾਸੇ ਸਵਾਲ ਕਰਦੇ ਨੇ ਬਾਬਾ ਕਬੀਰ ਜੀ ਇੱਕ ਜਗ੍ਹਾ ਖਲੋਤੇ ਨੇ ਤੇ ਉੱਥੇ ਕੀ ਹੈ? ਮਨੁੱਖ ਦਾ ਜਨਮ ਹੈ। ਮਨੁੱਖ ਬੜਾ ਸੁੰਦਰ, ਬੜਾ ਸੁਸ਼ੀਲ, ਬੜਾ ਸੋਹਣੀਆਂ ਗੱਲਾਂ ਕਰਨ ਵਾਲਾ, ਪਰ ਸਾਹਿਬ ਜੀ ਕਹਿੰਦੇ ਤੁਰਿਆ ਫਿਰਦਾ ਕਿੱਥੇ? ਉਸ ਹੱਟ ਦੇ ਉੱਤੇ ਚਲੇ ਗਿਆ ਜਿੱਥੇ ਜਨਮ ਹੀ ਭ੍ਰਸ਼ਟ ਹੋ ਜਾਣਾ। ਤੇ ਬਾਬਾ ਕਬੀਰ ਜੀ ਕਹਿਣ ਲੱਗੇ ਏਕ ਅਚੰਪਵ ਦੇਖਿਓ, ਹੀਰਾ ਹਾਟ ਬਿਕਾਏ, ਬਨ ਜਨ ਹਾਰੇ ਬਾਹਰਾ, ਕੌਡੀ ਬਦਲੇ ਜਾਏ। ਉਹ ਕਹਿੰਦੇ ਇਹ ਤਾਂ ਹੀਰਾ ਜਨਮ ਸੀ, ਇਹਦੇ ਨਾਲ ਤੇ ਉਹ ਬਣਜ ਕਰਨਾ ਸੀ, ਹੀਰੇ ਦਾ ਹੀ ਬਣਜ ਕਰਨਾ ਸੀ। ਇਹਦੇ ਨਾਲ ਮੂਲੀਆਂ ਤੇ ਗਾਜਰਾਂ ਨਹੀਂ ਖਰੀਦਣੀਆਂ ਸੀਆਂ। ਮਨੁੱਖਾ ਇਹ ਮਨੁੱਖ ਦਾ ਜਨਮ ਐਸਾ ਹੈ ਨਾ, ਇਹਦੇ ਨਾਲ ਹੀਰਾ ਖਰੀਦਣਾ ਸੀ। ਉਹ ਹੀਰਾ ਕਿਹੜਾ? ਹਰਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਪਾਖੇ ਰਵਿਦਾਸ। ਵੇਖੋ ਸਰਬ ਸਾਂਝੀ ਗੁਰਬਾਣੀ ਦਾ ਸਮੇਲ ਕੈਸਾ ਹੈ ਜੀ। ਸੁਝਾਅ ਕਿੱਦਾਂ ਹੈ? ਸੁਝਾਅ ਸਾਰਿਆਂ ਦਾ ਇੱਕ ਹੈ। ਇਹਦਾ ਨਾਮ ਹੀ ਸਰਬ ਸਾਂਝੀ ਗੁਰਬਾਣੀ ਹੈ ਕਿ ਸਾਰਿਆਂ ਦਾ ਸੁਝਾਅ ਜਿਹੜਾ ਹੈ ਉਹ ਇੱਕ ਹੈ। ਡਿਸੀਜਨ ਜਿਹੜਾ ਹੈ ਇੱਕ ਹੈ ਕਿ ਪ੍ਰਭੂ ਪਰਮਾਤਮਾ ਦੇ ਮਿਲਾਪ ਦਾ ਰਸਤਾ ਜਿਹੜਾ ਹੈ ਕਿਸੇ ਐਸੇ ਵਿਅਕਤੀ ਨੂੰ ਮਿਲਣਾ ਪਏਗਾ, ਐਸੇ ਸੰਤ ਨੂੰ ਮਿਲਣਾ ਪਏਗਾ। ਵੇਖੋ ਤੁਸੀਂ ਇੱਥੇ ਕਿਤੇ ਮਾਈਂਡ ਨਾ ਕਰ ਲੈਣਾ। ਸੰਤ ਲਫ਼ਜ਼ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਨੇ ਸੰਤ ਲਫ਼ਜ਼ ਵਰਤਿਆ, ਗੁਰੂ ਅਰਜਨ ਦੇਵ ਜੀ ਨੇ ਸਾਧ ਲਫ਼ਜ਼ ਵਰਤਿਆ। ਹਾਂਜੀ, ਮਤਲਬ ਕੀ ਹੈ? ਜਿਹਨੇ ਸਾਧਨਾ ਕੀਤੀ ਹੈ, ਬੁਰੇ ਕਰਮਾਂ ਨੂੰ ਸਾਧ ਲਿਆ, ਚੰਗੇ ਕਰਮਾਂ ਦਾ ਧਾਰਨੀ ਹੋ ਗਿਆ, ਉਹਦਾ ਨਾਮ ਹੈ ਕਰਮ ਸਾਧ, ਉਹਦਾ ਨਾਮ ਹੈ ਸਾਧ। ਭਾਵ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਉਹ ਇੱਕ ਸੰਤ ਹੈ, ਉਹ ਇੱਕ ਸਾਧ ਹੈ। ਜਿਹੜਾ ਉਸ ਰਸਤੇ ਪੈ ਗਿਆ, 10ਵੇਂ ਦੁਆਰ ਦਾ ਵਾਸੀ ਹੋ ਗਿਆ, ਬੇਗਮਪੁਰੇ ਦਾ ਵਾਸੀ ਹੋ ਗਿਆ, ਉਹਦਾ ਲੜ ਫੜਨਾ ਪਏਗਾ। ਤਾਂ ਬਾਬਾ ਕਬੀਰ ਜੀ ਤਾਂ ਹੀ ਕਹਿੰਦੇ ਨੇ ਸੇਵਾ ਕੋ ਦੋਏ ਭਲੇ। ਕਹਿੰਦੇ ਚਾਹੇ ਪਰਮੇਸ਼ਰ ਦੀ ਸੇਵਾ ਕਰ ਲੈ, ਚਾਹੇ ਸੰਤ ਦੀ ਸੇਵਾ ਕਰ ਲੈ। ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਸੰਤ ਨੇ ਨਾਮ ਜਪਾ ਦਿੱਤਾ, ਤੇਰੀ ਜਿਹੜੀ ਗੰਢੜੀ ਉਹ ਭਰ ਗਈ ਹੈ। ਹੁਣ ਉਹਨੂੰ ਫੜ ਲਾਣਾ ਕਿਨ? ਪ੍ਰਭੂ ਪਰਮਾਤਮਾ ਨੇ ਤੇਰੇ ਕੀਤੇ ਹੋਏ ਸਿਮਰਨ ਨੇ। ਆ ਜੋ ਕੱਤਕ ਮਹੀਨਾ ਚੱਲਦਾ ਨਾ ਜੀ, ਇਹ ਸਾਹਿਬ ਜੀ ਇਹਦੇ ਬਾਰੇ ਵੀ ਕਿਰਪਾ ਕਰਦੇ ਨੇ। ਅਸੀਂ ਜਿੱਦਾਂ ਦੇ ਕਰਮ ਕਰਦੇ ਹਾਂ ਉੱਦਾਂ ਦੇ ਸਾਨੂੰ ਫਲ ਮਿਲਦੇ ਨੇ, ਕਿਸੇ ਤੇ ਦੋਸ਼ ਲਾਉਣ ਦੀ ਲੋੜ ਨਹੀਂ। ਸਾਹਿਬ ਜੀ ਆਂਦੇ ਕੱਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ, ਖਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ ਕਿਸਤੇ ਰੋਵੇ ਰੋਜ, ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਬੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਬਿਯੋਗ, ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਇਹ ਕੱਤਕ ਮਹੀਨੇ ਵਿੱਚ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ, ਬੜਾ ਸੁੰਦਰ ਕਰਕੇ ਸਾਨੂੰ ਵਿਖਿਆਨ ਕੀਤਾ ਕਿ ਰੱਬ ਦੇ ਪਿਆਰਿਆ ਕਿਸੇ ਨੂੰ ਦੋਸ਼ ਨਾ ਦੇਵੀ, ਇਹ ਕਰ ਕਰੇ ਸੋ ਇਹ ਕਰ ਪਾਏ। ਸਤਿਗੁਰੂ ਰਵਿਦਾਸ ਮਹਾਰਾਜ ਜੀ ਲਿਖਦੇ ਨੇ ਕਿ ਸਤਜੁਗ ਸਤੇਤਾ ਜਗੀ ਦੁਆਪਰ ਪੂਜਾ ਚਾਰ, ਤੀਨੋਂ ਜੁਗ ਤੀਨੋਂ ਦੜੇ ਕਲ ਕੇਵਲ ਨਾਮ ਆਧਾਰ। ਉਹ ਕਹਿੰਦੇ ਨਾਮ ਜਪਣ ਤੋਂ ਬਿਨਾਂ ਆਧਾਰ ਨਹੀਂ ਹੋਣਾ। ਪਿਛਲੇ ਯੁੱਗਾਂ ਦੇ ਵਿੱਚ ਬੜੇ ਵੱਡੇ ਜਗ ਅਸਮੇਧ ਕੀਤੇ ਜਾਂਦੇ ਸਨ, ਅਸਵ ਘੋੜੇ ਦਾਨ, ਹਾਥੀ ਦਾਨ ਕੀਤੇ ਜਾਂਦੇ ਸਨ, ਭੂਮੀ ਦਾਨ ਕੀਤਾ ਜਾਂਦਾ ਸੀ। ਪਿਆਰਿਆ ਅੱਜ ਕਲਯੁਗ ਦੇ ਵਿੱਚ ਕਲ ਕੇਵਲ
ਨਾਮ ਆਧਾਰ ਤੇ ਕਤ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਦੋਸ਼ ਤੇਰੇ ਕਰਮਾਂ ਦਾ ਹੈ। ਕਈ ਵਾਰੀ ਅਸੀਂ ਬੈਠੇ ਹਾਂ ਗੱਲ ਕਰਦੇ ਹਾਂ ਕਿ ਮੇਰੇ ਤੇ ਕਰਮ ਹੀ ਜਲ ਗਏ ਨੇ। ਬਹੁਤ ਬੀਬੀਆਂ ਵੀ ਕਹਿ ਦਿੰਦੀਆਂ ਨੇ, ਪੁਰਸ਼ ਵੀ ਕਹਿ ਦਿੰਦੇ ਨੇ, ਪਰ ਉਹਨਾਂ ਨੂੰ ਇਸ ਗੱਲ ਦੀ ਵਿਚਾਰ ਹੋਣੀ ਚਾਹੀਦੀ ਪਿਆਰਿਆ, ਇਹ ਜਿਹੜੇ ਫਲ ਨੇ ਤੇਰੇ ਕਰਮਾਂ ਦੇ ਨੇ, ਤੇਰੇ ਕੀਤੇ ਕਰਮਾਂ ਦੇ ਫਲ ਨੇ। ਕਿਉਂਕਿ ਜਿਤਨੇ ਵੀ ਮਹਾਂਪੁਰਖ ਆਏ ਨੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ, ਇਹਦਾ ਹੀ ਹੋਕਾ ਦੇਣ ਵਾਸਤੇ ਉਹ ਆਏ ਨੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਇਹਦਾ ਹੀ ਹੋਕਾ ਦੇਣ ਆਏ ਨੇ। ਵੇਖੀ ਬੁਰਿਆਂ ਕੰਮਾਂ 'ਚ ਨਾ ਕਿਤੇ ਪੈ ਜਾਈ, ਇਹਦਾ ਵੀ ਫਲ ਤੈਨੂੰ ਦੇਣਾ ਪੈਣਾ, ਤੇ ਚੰਗੇ ਕੰਮਾਂ ਦਾ ਫਲ ਜਿਹੜਾ ਉਹ ਵੀ ਤੈਨੂੰ ਪਿਆਰਿਆ ਮਿਲਣਾ। ਤੋ ਕਤ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਹੋਇਆ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਉਹ ਜਿਹੜੇ ਆਤਮਿਕ ਰੋਗ ਨੇ ਨਾ ਜੀ, ਅਧਿਆਤਮਿਕ ਰੋਗ ਜਿਹੜੇ ਨੇ, ਆਤਮਾ ਨੂੰ ਰੋਗ ਲੱਗ ਜਾਂਦੇ, ਉਹਨਾਂ ਨੂੰ ਡਾਕਟਰ ਵੀ ਠੀਕ ਨਹੀਂ ਕਰ ਸਕਦਾ ਜੀ। ਸਰੀਰਕ ਜਿਹੜੇ ਦੁੱਖ ਨੇ ਉਹਨਾਂ ਨੂੰ ਡਾਕਟਰ ਠੀਕ ਕਰ ਦਿੰਦਾ ਹੈ, ਲੇਕਿਨ ਹੁੰਦਾ ਕੀ ਹੈ, ਜਿਹੜੇ ਆਤਮਿਕ ਰੋਗ ਨੇ, ਅਧਿਆਤਮਿਕ ਰੋਗ ਨੇ, ਮਾਨਸਿਕ ਰੋਗ ਨੇ ਜਿਹੜੇ, ਉਹ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਹਿੰਦੇ ਉਹ ਖਤਮ ਨਹੀਂ ਹੋ ਸਕਦੇ। ਤੋਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੋਂ ਲੱਗਨ ਜਨਮ ਵਿਜੋਗ। ਖਿਨ ਮੈਂ ਕੌੜੇ ਹੋਏਗਾ ਜਿਤੜੇ ਮਾਇਆ ਭੋਗ। ਤੋਂ ਪਿਆਰਿਆ ਤੇਰੇ ਕੀਤੇ ਕਰਮਾਂ ਦਾ ਫਲ ਹੈ ਇਹ, ਤੈਨੂੰ ਚੰਗੇ ਕਰਮਾਂ ਦਾ ਤੈਨੂੰ ਮਿਲਣਾ ਹੈ, ਮਾੜੇ ਕਰਮਾਂ ਦਾ ਫਲ ਵੀ ਤੈਨੂੰ ਮਿਲਣਾ। ਤੋਂ ਬਹੁਤ ਬਲਜਿੰਦਰ ਜੀ ਆਪ ਜੀ ਨੇ ਜਿਤਨੇ ਵੀ ਸਵਾਲ ਕੀਤੇ ਨੇ ਬੜੇ ਸੁੰਦਰ ਸਵਾਲ ਸਨ, ਗੁਰੂ ਕਿਰਪਾ ਕਰਨ। ਹਾਂਜੀ, ਬਹੁਤ ਧੰਨਵਾਦ ਗਿਆਨੀ ਗੁਰਮੁਖ ਸਿੰਘ ਜੀ। ਆਪ ਜੀ ਨੇ ਦੱਸਿਆ ਹੈ ਕਿ ਕਰਮਾਂ ਤੇ, ਹਾਂਜੀ ਇਹ ਵੀ ਗੱਲ ਸਹੀ ਹੈ, ਕਰਮਾਂ ਤੇ ਹੀ ਗੱਲ ਨਿਬੜਦੀ ਹੈ। ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ, ਚੰਗੇ ਕਰਮ ਕਰਾਂਗੇ, ਚੰਗੇ ਕੰਮ ਕਰਾਂਗੇ ਤਾਂ ਉਸਦਾ ਚੰਗਾ ਹੀ ਫਲ ਮਿਲੇਗਾ। ਤੇ ਇਸੇ ਲਈ ਹੀ ਜੀ ਇਹ ਆਪਾਂ ਪ੍ਰੋਗਰਾਮ ਲੈ ਕੇ ਆਏ ਹਾਂ, ਸਰਬ ਸਾਂਝੀ ਗੁਰਬਾਣੀ। ਤੇ ਗੁਰਬਾਣੀ ਦੇ ਵਿੱਚ ਵੀ ਆਪਾਂ ਨੂੰ ਸਾਰੀ ਹੀ ਜਿੰਨੇ ਵੀ ਸਾਡੇ ਅਵਤਾਰ ਹਨ ਉਹ ਸਾਨੂੰ ਇਹ ਚੰਗੇ ਕਰਮ ਕਰਨ ਦਾ ਹੀ ਰਾਹ ਦਰਸਾਉਂਦੇ ਹਨ। ਤੇ ਇਸੇ ਤਰ੍ਹਾਂ ਹੀ ਜੀ ਉਸ ਪਰਮਾਤਮਾ ਦੀ ਮਿਹਰ ਹੁੰਦੀ ਹੈ ਜੋ ਆਪ ਵਰਗੇ ਸੰਤ ਸਾਨੂੰ ਮਿਲਦੇ ਹਨ, ਵਿਦਵਾਨ ਸਾਨੂੰ ਮਿਲਦੇ ਹਨ, ਜੋ ਕਿ ਸਾਨੂੰ ਇਸ ਰਾਹ 'ਤੇ ਚੱਲਣ ਦਾ ਵੀ ਤਰੀਕਾ ਦੱਸਦੇ ਹਨ, ਜਾਂ ਕਹਿ ਸਕਦੇ ਹਾਂ ਕਿ ਸਾਨੂੰ ਆਪਣੇ ਪ੍ਰਵਚਨਾਂ ਨਾਲ ਦੱਸਦੇ ਹਨ ਕਿ ਕਿਸ ਤਰ੍ਹਾਂ ਪਰਮਾਤਮਾ ਦਾ ਸਿਮਰਨ ਕਰਨਾ ਹੈ, ਕਿਸ ਤਰ੍ਹਾਂ ਉਹਨਾਂ ਦੀ ਬਾਣੀ ਪੜ੍ਹਨੀ ਹੈ, ਕਿਸ ਤਰ੍ਹਾਂ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ, ਉਸ ਪਰਮਾਤਮਾ ਦੇ ਨਾਮ ਦੀ ਉਸਤਤ ਕਰਦੇ ਹੋਏ ਉਹਨਾਂ ਦੇ ਨਾਲ ਜੁੜਨਾ ਹੈ। ਤੇ ਬਹੁਤ ਬਹੁਤ ਹੀ ਜੀ ਧੰਨਵਾਦ ਕਰਦੇ ਹਾਂ ਗਿਆਨੀ ਗੁਰਮੁਖ ਸਿੰਘ ਜੀ ਆਪ ਜੀ ਦਾ ਵੀ, ਅਤੇ ਸਾਧ ਸੰਗਤ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੈ ਗੁਰਦੇਵ। ਜੈ ਗੁਰਦੇਵ।